हाँ जी, सत श्री अकाल जी साਰਿਆਂ ਨੂੰ। सो ਅੱਜ ਤੋਂ ਆਪਾਂ ਹਿਸਟਰੀ ਦਾ ਟੌਪਿਕ ਸਟਾਰਟ ਕਰਨ ਜਾ ਰਹੇ ਹਾਂਗੇ, ਜਿਹਦੇ ਵਿੱਚ ਆਪਾਂ ਹਿਸਟਰੀ ਦੇ ਸਾਰੇ ਹੀ ਪੁਆਇੰਟ ਪੂਰੇ ਹੀ ਡਿਟੇਲ ਦੇ ਵਿੱਚ ਕਰਾਂਗੇ। ਤੇ ਆਪਾਂ ਨੂੰ ਪਤਾ ਹੈਗਾ ਕਿ ਹਿਸਟਰੀ ਦੇ ਵਿੱਚ ਜਿਹੜਾ ਪੂਰੀ ਇੰਡੀਆ ਦੀ ਹਿਸਟਰੀ ਹੈਗੀ ਉਹਨੂੰ ਤਿੰਨ ਵੱਖ-ਵੱਖ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ। ਜਿਵੇਂ ਕਿ ਪਹਿਲਾਂ ਦੀ ਜਿਹੜੀ ਹਿਸਟਰੀ ਸੀਗੀ ਪ੍ਰਾਚੀਨ ਕਾਲ ਦੀ, ਉਹ ਇੱਕ ਹੈਗੀ ਸੀਗੀ ਐਂਸ਼ੀਅੰਟ ਹਿਸਟਰੀ। ਉਸ ਤੋਂ ਬਾਅਦ ਮੱਧਕਾਲੀਨ ਦੇ ਵਿੱਚ ਆਪਣੇ ਕੋਲੇ ਮੈਡੀਵਲ ਹਿਸਟਰੀ ਆ ਗਈ। ਉਸ ਤੋਂ ਬਾਅਦ ਜਿਹੜੀ ਹਿਸਟਰੀ ਸੀਗੀ ਉਹ ਆਪਣੇ ਕੋਲੇ ਮਾਡਰਨ ਹਿਸਟਰੀ ਹੈ। ਤੇ ਅੱਜ ਆਪਾਂ ਜੋ ਸਟਾਰਟ ਕਰਾਂਗੇ ਉਹ ਮਾਡਰਨ ਹਿਸਟਰੀ ਤੋਂ ਕਰਾਂਗੇ, ਕਿਉਂਕਿ ਜ਼ਿਆਦਾਤਰ ਜਿਹੜੇ ਕੁਐਸਚਨ ਹੈਗੇ ਕੋਈ ਵੀ ਕੰਪੀਟੀਸ਼ਨ ਪੇਪਰ ਦੇ ਵਿੱਚ, ਚਾਹੇ ਉਹ ਪੰਜਾਬ ਦਾ ਪੇਪਰ ਹੈ ਚਾਹੇ ਉਹ ਸੈਂਟਰਲ ਲੈਵਲ ਦਾ ਪੇਪਰ ਹੈਗਾ, ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ 100 ਦੇ ਵਿੱਚੋਂ ਜਿਹੜੇ 65 ਤੋਂ 70% ਵੇਟੇਜ ਹੁੰਦੀ ਹੈਗੀ ਉਹ ਮਾਡਰਨ ਹਿਸਟਰੀ ਦੇ ਕੁਐਸਚਨਸ ਦੀ ਹੁੰਦੀ ਹੈ। ਜਿਹੜੇ ਆਪਣੇ ਕੋਲੇ ਐਂਸ਼ੀਅੰਟ ਹਿਸਟਰੀ ਹੈਗੀ ਉਹਦੇ ਵਿੱਚੋਂ ਜ਼ਿਆਦਾਤਰ ਹੜੱਪਾ ਵਗੈਰਾ ਦੇ ਕੁਐਸਚਨ ਪੁੱਛੇ ਜਾਂਦੇ ਹੈਗੇ, ਉਹ ਆਪਾਂ ਅੱਗੇ ਡਿਸਕਸ ਕਰਾਂਗੇ ਕਿਹੜੇ ਇੰਪੋਰਟੈਂਟ ਕੁਐਸਚਨ ਬਣਦੇ ਹੈਗੇ। ਜਾਂ ਫਿਰ ਆਪਣੇ ਕੋਲੇ ਜਿਹੜੀ ਮਿਡੀਵਲ ਹਿਸਟਰੀ ਹੈਗੀ ਉੱਥੋਂ ਵੀ ਥੋੜੇ ਬਹੁਤ ਕੁਐਸਚਨ ਬਣ ਸਕਦੇ, ਪਰ ਜ਼ਿਆਦਾਤਰ ਕੁਐਸਚਨ ਜਿਹੜੇ ਹੈਗੇ ਉਹ ਮਾਡਰਨ ਹਿਸਟਰੀ ਤੋਂ ਬਣਦੇ ਆ। ਤੇ ਇਸ ਕਰਕੇ ਪਹਿਲਾਂ ਆਪਾਂ ਮਾਡਰਨ ਹਿਸਟਰੀ ਸਟਾਰਟ ਕਰਾਂਗੇ। ਤਾਂ ਅੱਜ ਤੋਂ ਆਪਾਂ ਜੋ ਸਟਾਰਟ ਕਰਨ ਜਾ ਰਹੇ ਹੈਗੇ ਉਹ ਕੀ ਹੈਗੀ ਮਾਡਰਨ ਹਿਸਟਰੀ ਆਫ ਇੰਡੀਆ। ਮਾਡਰਨ ਹਿਸਟਰੀ ਆਫ ਇੰਡੀਆ। ਦੇਖੋ ਮਾਡਰਨ ਹਿਸਟਰੀ ਕਿੱਥੋਂ ਸਟਾਰਟ ਹੁੰਦੀ ਹੈ, ਥੋੜਾ ਜਿਹਾ ਪਹਿਲਾਂ ਆਪਾਂ ਇਹਦੇ ਬੇਸਿਕ ਬਾਰੇ ਗੱਲ ਕਰਾਂਗੇ, ਫਿਰ ਮੇਨ ਪੁਆਇੰਟਸ ਤੇ ਆਉਣੇ ਹੈਗੇ। ਤਾਂ ਮਾਡਰਨ ਹਿਸਟਰੀ ਦੇ ਵਿੱਚ ਆਪਾਂ ਨੇ ਕੀ ਕੁਝ ਪੜ੍ਹਨਾ ਹੈਗਾ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਯੂਰੋਪੀਅਨ ਅਰਾਈਵਲ ਆਫ ਇੰਡੀਆ। ਠੀਕ ਹੈ ਕਿ ਬਾਹਰ ਦੇ ਜਿਹੜੇ ਯੂਰੋਪੀਅਨ ਸ਼ਕਤੀਆਂ ਸੀਗੀਆਂ ਉਹ ਕਿਹੜੀਆਂ ਸ਼ਕਤੀਆਂ ਇੰਡੀਆ ਦੇ ਵਿੱਚ ਆਈਆਂ, ਯੂਰੋਪੀਅਨ ਅਰਾਈਵਲ ਆਫ ਇੰਡੀਆ। ਫਿਰ ਆਪਾਂ ਪੜਾਂਗੇ ਬ੍ਰਿਟਿਸ਼ ਪਾਵਰ ਇਨ ਇੰਡੀਆ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਨੇ ਪੜ੍ਹਨਾ ਹੈਗਾ ਬ੍ਰਿਟਿਸ਼ ਕੌਨਕੁਐਸਟ ਆਫ ਇੰਡੀਆ, ਜਾਂ ਬੰਗਾਲ ਤੋਂ ਸਟਾਰਟ ਕੀਤਾ ਸੀਗਾ ਹਨਾ, ਬ੍ਰਿਟਿਸ਼ ਕੌਨਕੁਐਸਟ ਆਫ ਇੰਡੀਆ ਪੜਾਂਗੇ ਆਪਾਂ। ਫਿਰ ਉਸ ਤੋਂ ਬਾਅਦ ਆਪਾਂ ਨੇ ਪੜ੍ਹਨਾ ਹੈਗਾ ਰਿਵੋਲਟ ਆਫ 1857, ਰਿਵੋਲਟ ਆਫ 1857, 1857 ਦਾ ਵਿਦਰੋਹ। ਠੀਕ ਹੈ, ਦੈਨ ਇਸ ਤੋਂ ਬਾਅਦ ਆਪਾਂ ਪੜਾਂਗੇ ਬਰਥ ਆਫ ਕਾਂਗਰਸ, ਕਿਸ ਤਰ੍ਹਾਂ ਕਾਂਗਰਸ ਦਾ ਜਨਮ ਹੋਇਆ, ਬਰਥ ਆਫ ਕਾਂਗਰਸ। ਉਹਦੇ ਵਿੱਚ ਵੀ ਅੱਗੇ ਆਪਾਂ ਜੋ ਦੇਖਾਂਗੇ, ਇਸ ਤੋਂ ਬਾਅਦ ਜੋ ਆਪਾਂ ਦੇਖਾਂਗੇ ਇਹਦੇ ਵਿੱਚ ਉਹ ਆਪਣੇ ਕੋਲੇ ਆ ਜਾਏਗਾ ਮੋਡਰੇਟ ਫੇਸ, ਜਿਹਨੂੰ ਆਪਾਂ ਨਰਮ ਦਲ ਵੀ ਕਹਿ ਦਿੰਦੇ ਹੈਗੇ। ਫਿਰ ਐਕਸਟ੍ਰੀਮਿਸਟ ਫੇਸ ਦੇਖਾਂਗੇ, ਐਕਸਟ੍ਰੀਮਿਸਟ ਫੇਸ ਜਿਹਨੂੰ ਆਪਾਂ ਗਰਮ ਦਲ ਵੀ ਕਹਿ ਦਿੰਦੇ ਹੈਗੇ। ਫਿਰ ਆਪਾਂ ਦੇਖਾਂਗੇ ਗਾਂਧੀਅਨ ਫੇਸ। ਉਸ ਤੋਂ ਬਾਅਦ ਆਪਾਂ ਦੇਖਾਂਗੇ ਸਟਰਗਲ ਮੂਵਮੈਂਟ, ਫਰੀडम स्ट्रगल मूवमेंट, फ्रीडम स्ट्रगल मूवमेंट्स कि देश ਨੂੰ ਆਜ਼ਾਦ ਕਰਾਉਣ ਦੇ ਲਈ ਕਿਹੜੀਆਂ ਮੂਵਮੈਂਟ ਚੱਲੀਆਂ ਸੀ। ਠੀਕ ਹੈ, ਤਾਂ ਦੇਖੋ ਆਪਾਂ ਨੇ ਕਿਸ ਤਰੀਕੇ ਨਾਲ ਪੂਰੀ ਹਿਸਟਰੀ ਨੂੰ ਪੜ੍ਹਨਾ ਹੈਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਯੂਰੋਪੀਅਨ ਅਰਾਈਵਲ ਆਫ ਇੰਡੀਆ ਕਿ ਕਿਹੜੀਆਂ ਯੂਰੋਪੀ ਸ਼ਕਤੀਆਂ ਜਿਹੜੀਆਂ ਹੈਗੀਆਂ ਭਾਰਤ ਆਈਆਂ ਸੀਗੀਆਂ। ਉਸ ਤੋਂ ਬਾਅਦ ਆਪਾਂ ਗੱਲ ਕਰਨੀ ਹੈਗੀ ਬ੍ਰਿਟਿਸ਼ ਪਾਵਰ ਇਨ ਇੰਡੀਆ। ਠੀਕ ਹੈ, ਕਿ ਬ੍ਰਿਟਿਸ਼ਰ ਨੇ ਕਿਵੇਂ ਇੰਡੀਆ ਦੇ ਉੱਪਰ ਆਪਣਾ ਕੰਟਰੋਲ ਕਾਇਮ ਕੀਤਾ। ਠੀਕ ਹੈ, ਕਿਸ ਤਰੀਕੇ ਨਾਲ ਉਹਨਾਂ ਨੇ ਬੰਗਾਲ ਨੂੰ ਜਿੱਤਿਆ, ਫਿਰ ਹੌਲੀ ਵੱਧਦੇ ਸਾਊਥ ਇੰਡੀਆ ਤੇ ਪੂਰਾ ਵੈਸਟ ਵਗੈਰਾ ਪੂਰੇ ਇੰਡੀਆ ਦੇ ਉੱਪਰ ਉਹਨਾਂ ਨੇ ਆਪਣਾ ਕਬਜ਼ਾ ਕੀਤਾ। ਦੈਨ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਕਿ ਬ੍ਰਿਟਿਸ਼ਰ ਪੂਰੇ ਇੰਡੀਆ ਦੇ ਲੋਕਾਂ ਨੂੰ ਸਪਰੈਸ ਕਰ ਰਹੇ ਸੀ, ਦਬਾ ਰਹੇ ਸੀਗੇ, ਤਾਂ ਉੱਥੋਂ ਹੀ ਲੋਕਾਂ ਦੇ ਵਿੱਚ ਕੀ ਹੋ ਗਿਆ, ਵਿਦਰੋਹ ਦੀ ਭਾਵਨਾ ਪੈਦਾ ਹੋਈ ਤੇ ਆਪਣੇ ਕੋਲੇ 1857 ਦੀ ਕ੍ਰਾਂਤੀ ਹੈ ਜਿਹੜੀ ਉਹ ਹੋਈ ਸੀ। ਇਸ ਤੋਂ ਬਾਅਦ ਫਿਰ ਆਪਾਂ ਦੇਖਾਂਗੇ 1857 ਦੀ ਕ੍ਰਾਂਤੀ ਤੋਂ ਬਾਅਦ ਹੌਲੀ ਫਿਰ ਕਾਂਗਰਸ ਦਾ ਬਰਥ ਹੋਇਆ। ਠੀਕ ਹੈ, ਕਾਂਗਰਸ ਦੇ ਵਿੱਚ ਵੀ ਫਿਰ ਅਲੱਗ-ਅਲੱਗ ਫੇਸ ਆਏ ਸੀਗੇ। ਕਿਹੜੇ ਫੇਸ ਆਏ ਸੀਗੇ, ਪਹਿਲਾਂ ਮੋਡਰੇਟ ਫੇਸ ਸੀਗਾ, ਜਿਨ੍ਹਾਂ ਨੇ ਕੀ ਕੀਤਾ, ਸਰਕਾਰ ਦੇ ਨਾਲ ਗੱਲਬਾਤ ਕਰਕੇ, ਠੀਕ ਹੈ, ਜਾਂ ਹੋਰ ਮਤਲਬ ਕਿ ਥੋੜੀਆਂ ਆਪਣੀਆਂ ਮੰਗਾਂ ਮਨਵਾਉਣੀਆਂ ਸਟਾਰਟ ਕੀਤੀਆਂ। ਫਿਰ ਥੋੜਾ ਜਿਹਾ ਐਕਸਟ੍ਰੀਮਿਸਟ ਫੇਸ ਆਇਆ, ਜਿਹਦੇ ਵਿੱਚ ਜਿਹੜੇ ਹੈਗੇ ਉਹਨਾਂ ਨੇ ਥੋੜਾ ਜਿਹਾ ਮਤਲਬ ਕਿ ਜ਼ਿਆਦਾ ਐਜੀਟੇਟਿਵ ਵੇ ਦੇ ਨਾਲ ਮਤਲਬ ਕਿ ਖੁੱਲ੍ਹੇਆਮ ਸਰਕਾਰ ਨੂੰ ਚੈਲੰਜ ਕਰਕੇ ਉਹਨਾਂ ਦੇ ਵਿਰੋਧ ਕਰਦੇ ਸੀਗੇ ਤੇ ਉਸ ਤਰੀਕੇ ਦੇ ਨਾਲ ਮਤਲਬ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਸੀਗਾ। ਉਸ ਤੋਂ ਬਾਅਦ ਅੱਗੇ ਆਪਾਂ ਰੈਵੋਲੂਸ਼ਨਰੀ ਫੇਸ ਵੀ ਦੇਖਾਂਗੇ। ਰੈਵੋਲੂਸ਼ਨਰੀ ਫੇਸ ਦੇ ਵਿੱਚ ਕੀ ਸੀਗਾ ਕਿ ਡਾਇਰੈਕਟ ਉਹ ਕੀ ਕਰਦੇ ਸੀਗੇ
ਕਿਸੇ ਦੇ ਉੱਪਰ ਬੰਬ ਸੁੱਟਤਾ, ਠੀਕ ਹੈ, ਜਾਂ ਕਿਸੇ ਦਾ ਮਤਲਬ ਕਿ ਆਫਿਸ ਨੂੰ ਜਲਾਤਾ, ਤਾਂ ਉਹ ਵਾਲੇ ਫੇਸ ਵੀ ਆਪਾਂ ਦੇਖਾਂਗੇ। ਫਿਰ ਗਾਂਧੀਅਨ ਫੇਸ ਆਇਆ ਸੀਗਾ ਕਿ ਜਦੋਂ ਗਾਂਧੀ ਜੀ ਭਾਰਤ ਆਉਂਦੇ ਹੈਗੇ ਤਾਂ ਕਿਸ ਤਰੀਕੇ ਨਾਲ ਉਹ ਭਾਰਤ ਦੀ ਜਿਹੜੀ ਸਟਰਗਲ ਮੂਵਮੈਂਟ ਹੈਗੀ ਉਹਨੂੰ ਅੱਗੇ ਵਧਾਉਂਦੇ ਹੈਗੇ, ਤਾਂ ਉਹ ਵਾਲਾ ਫੇਸ ਆਪਾਂ ਇੱਥੇ ਦੇਖਾਂਗੇ। ਤੇ ਉਸ ਤੋਂ ਬਾਅਦ ਜਿਹੜੇ ਆਪਣੇ ਸਟਰਗਲ ਮੂਵਮੈਂਟ ਹੋਏ ਹੈਗੇ, ਜਿਵੇਂ ਕਿ ਆਪਾਂ ਨੂੰ ਪਤਾ ਕਿ ਨॉन ਕੋਆਪਰੇਸ਼ਨ ਮੂਵਮੈਂਟ ਹੋਏਗਾ, ਖਿਲਾਫਤ ਮੂਵਮੈਂਟ ਹੋਏਗਾ, ਠੀਕ ਹੈ, ਡਾਂਡੀ ਮਾਰਚ ਹੋਏਗਾ, ਜਾਂ ਫਿਰ ਕੁਇਟ ਇੰਡੀਆ ਮੂਵਮੈਂਟ ਹੋਇਆ, ਤਾਂ ਕਾਫੀ ਸਾਰੇ ਮੂਵਮੈਂਟ ਹੋਏ ਹੈਗੇ, ਉਹ ਸਾਰੇ ਆਪਾਂ ਦੇਖਾਂਗੇ। ਉਸ ਤੋਂ ਬਾਅਦ ਆਪਾਂ ਐਂਡ ਤੇ ਇੰਡੀਆ ਨੂੰ ਆਜ਼ਾਦ ਕਰਾ, ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਆਪਾਂ ਨੇ ਮਾਡਰਨ ਇੰਡੀਆ ਦੇ ਵਿੱਚ ਕਵਰ ਕਰਨਾ ਹੈਗਾ। ਤੇ ਅੱਜ ਆਪਾਂ ਜੋ ਸਟਾਰਟ ਕਰਾਂਗੇ, ਅੱਜ ਆਪਾਂ ਯੂਰੋਪੀਅਨ ਅਰਾਈਵਲ ਆਫ ਇੰਡੀਆ ਤੋਂ ਸਟਾਰਟ ਕਰਨਾ ਹੈ, ਤੇ ਹਰ ਇੱਕ ਫੈਕਟ ਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਦੇਖਾਂਗੇ, ਤੇ ਜਿੱਥੋਂ ਵੀ ਕੋਈ ਕੁਐਸਚਨ ਬਣ ਸਕਦਾ ਹੈਗਾ ਉਹਨੂੰ ਵੀ ਆਪਾਂ ਨਾਲ ਦੀ ਨਾਲ ਡਿਸਕਸ ਕਰੀ ਚੱਲਾਂਗੇ। ਚਲੋ ਆਪਾਂ ਸਟਾਰਟ ਕਰਦੇ ਹਾਂ ਫਿਰ ਯੂਰੋਪੀਅਨ ਪਾਵਰ ਆਫ ਇੰਡੀਆ। ਹਾਂਜੀ, ਯੂਰੋਪੀਅਨ ਪਾਵਰ ਅਰਾਈਵਲ ਟੂ ਇੰਡੀਆ। ਕਿਹੜੀਆਂ ਯੂਰੋਪੀਅਨ ਪਾਵਰ ਇੰਡੀਆ ਦੇ ਵਿੱਚ ਆਈਆਂ ਸੀਗੀਆਂ? ਤਾਂ ਦੇਖੋ, ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਿਹੜੇ ਆਏ ਸੀਗੇ ਉਹ ਕੌਣ ਆਏ ਸੀਗੇ? ਪੋਰਟੁਗੀਜ਼ ਆਏ ਸੀ, ਪੁਰਤਗਾਲ ਆਏ ਸੀਗੇ, ਪੋਰਟੁਗੀਜ਼। ਇਹਨਾਂ ਨੂੰ ਆਪਾਂ ਪੁਰਤਗਾਲੀ ਵੀ ਕਹਿੰਦੇ ਹੈਗੇ, ਪੁਰਤਗਾਲੀ, ਠੀਕ ਹੈ। ਪੁਰਤਗਾਲ ਦੇ ਲੋਕ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਆਏ ਸੀਗੇ। ਉਸ ਤੋਂ ਬਾਅਦ ਭਾਰਤ ਦੇ ਵਿੱਚ ਨੀਦਰਲੈਂਡ ਦੇ ਲੋਕ ਆਏ ਸੀਗੇ, ਜਿਨ੍ਹਾਂ ਨੂੰ ਡੱਚ ਵੀ ਕਿਹਾ ਜਾਂਦਾ ਹੈਗਾ, ਠੀਕ ਹੈ। ਨੀਦਰਲੈਂਡ ਦੇ ਲੋਕ ਆਏ ਸੀਗੇ ਭਾਰਤ ਦੇ ਵਿੱਚ। ਕਿਹੜੇ ਕਿਹੜੇ ਆਏ ਹੈਗੇ? ਪੋਰਟੁਗੀਜ਼ ਆਏ ਹੈਗੇ, ਡੱਚ ਆਏ ਹੈਗੇ, ਹੋਰ ਕੌਣ ਆਏ ਹੈਗੇ? ਬ੍ਰਿਟਿਸ਼ਰ ਆਏ ਹੈਗੇ, ਬ੍ਰਿਟਿਸ਼ਰ ਆਏ ਹੈਗੇ। ਉਸ ਤੋਂ ਇਲਾਵਾ ਹੋਰ ਕਿਹੜੀਆਂ ਸ਼ਕਤੀਆਂ ਭਾਰਤ ਦੇ ਵਿੱਚ ਆਈਆਂ ਨੇਗੀਆਂ? ਉਸ ਤੋਂ ਬਾਅਦ ਫ੍ਰੈਂਚ ਆਏ ਹੈਗੇ, ਫਰਾਂਸ ਦੇ ਲੋਕ, ਐਂਡ ਇੱਕ ਡੈਨਮਾਰਕ ਦੇ ਲੋਕ ਆਏ ਹੈਗੇ, ਡੈਨਮਾਰਕ, ਜਿਨ੍ਹਾਂ ਨੂੰ ਆਪਾਂ ਡੈਨਿਸ਼ ਵੀ ਕਹਿ ਦਿੰਦੇ ਹੈਗੇ। ਤਾਂ ਇਹ 5 ਸ਼ਕਤੀਆਂ ਭਾਰਤ ਦੇ ਵਿੱਚ ਆਈਆਂ ਸੀਗੀਆਂ, ਤੇ ਇਹਨਾਂ ਦਾ ਭਾਰਤ ਆਉਣ ਦਾ ਕਾਰਨ ਕੀ ਸੀਗਾ? ਮੇਨ ਇੱਕੋ ਕਾਰਨ ਸੀਗਾ ਭਾਰਤ ਦੇ ਵਿੱਚ ਆ ਕੇ ਵਪਾਰ ਕਰਨਾ, ਕਿਉਂਕਿ ਉਸ ਟਾਈਮ ਦੇ ਉੱਪਰ ਭਾਰਤ ਜਿਹੜਾ ਹੈਗਾ ਸੀਗਾ, ਇੰਡੀਆ ਸੀ ਜੋ ਮਸਾਲਿਆਂ ਤੇ ਟੈਕਸਟਾਈਲ ਦੇ ਲਈ ਕਾਫੀ ਜ਼ਿਆਦਾ ਪ੍ਰਸਿੱਧ ਸੀਗਾ, ਠੀਕ ਹੈ। ਤੇ ਉਹਨਾਂ ਚੀਜ਼ਾਂ ਦੀ ਜਿਹੜੀ ਲੋੜ ਸੀਗੀ ਉਹ ਯੂਰਪ ਦੇ ਵਿੱਚ ਕਾਫੀ ਜ਼ਿਆਦਾ ਸੀ, ਤਾਂ ਲੋਕਾਂ ਨੇ ਇੰਡੀਆ ਦੇ ਵਿੱਚ ਆਉਣਾ ਸਟਾਰਟ ਕੀਤਾ, ਇੱਥੋਂ ਮਾਲ ਲੈ ਕੇ ਯੂਰਪ ਦੇ ਵਿੱਚ ਵੇਚ ਰਹੇ ਸੀਗੇ। ਕਾਫੀ ਗੁਣਾ ਜਿਹੜਾ ਹੈਗਾ ਕਾਫੀ ਮਹਿੰਗਾ ਮਾਲ ਚੱਲਿਆ ਯੂਰਪ ਦੇ ਵਿੱਚ, ਤੇ ਇਹ ਸਾਰੀਆਂ ਸ਼ਕਤੀਆਂ ਮੇਨ ਇਹਨਾਂ ਦਾ ਆਉਣ ਦਾ ਭਾਰਤ ਦੇ ਵਿੱਚ ਕਾਰਨ ਕੀ ਸੀਗਾ? ਵਪਾਰ ਕਰਨੇ ਸੀਗਾ। ਬਾਅਦ ਵਿੱਚ ਇਹਨਾਂ ਨੇ ਹੌਲੀ ਹੌਲੀ ਆਪਣਾ ਪੋਲੀਟੀਕਲ ਕੰਟਰੋਲ ਵੀ ਸਟੈਬਲਿਸ਼ ਕਰਨਾ ਸਟਾਰਟ ਕਰਤਾ, ਤਾਂ ਉਹ ਵਨ ਬਾਏ ਵਨ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹੈਗੇ, ਸਭ ਤੋਂ ਪਹਿਲਾਂ ਜਦੋਂ ਇੰਡੀਆ ਦੇ ਵਿੱਚ ਆਏ ਤਾਂ ਉਹ ਕੌਣ ਆਏ ਸੀਗੇ? ਪੋਰਟੁਗੀਜ਼ ਆਏ ਸੀਗੇ। ਤੁਸੀਂ ਇੱਕ ਪੁਆਇੰਟ ਯਾਦ ਰੱਖਣਾ ਹੈਗਾ, ਜਿਹੜੇ ਪੋਰਟੁਗੀਜ਼ ਹੈਗੇ ਇਹ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਏ ਸੀਗੇ ਤੇ ਸਭ ਤੋਂ ਬਾਅਦ ਵਿੱਚ ਗਏ ਹੈਗੇ, ਠੀਕ ਹੈ। 1987 ਦੇ ਵਿੱਚ ਜਿਹੜਾ ਗੋਆ ਹੈਗਾ ਉਹ ਇੰਡੀਆ ਨੇ ਪੋਰਟੁਗੀਜ਼ ਤੋਂ ਫ੍ਰੀ ਕਰਵਾਇਆ ਹੈ, ਠੀਕ ਹੈ। 1987 ਤੱਕ ਇੱਥੇ ਪੁਰਤਗਾਲੀਆਂ ਦਾ ਹੀ ਰਾਜ ਸੀਗਾ। ਤਾਂ ਦੇਖੋ, ਸਭ ਤੋਂ ਪਹਿਲਾਂ ਪੁਰਤਗਾਲੀ ਆਏ ਸੀਗੇ 1498 ਚ ਆਏ ਸੀ ਪਹਿਲਾਂ, ਤੇ 1987 ਚ ਰਹੇ, ਤਾਂ ਸਭ ਤੋਂ ਜ਼ਿਆਦਾ ਟਾਈਮ ਇੰਡੀਆ ਦੇ ਵਿੱਚ ਰਹੇ ਹੈ। ਕਈ ਵਾਰ ਪੇਪਰ ਵਿੱਚ ਆਪਾਂ ਕੁਐਸਚਨ ਦੇ ਕਿ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਕੌਣ ਆਏ ਤੇ ਸਭ ਤੋਂ ਬਾਅਦ ਵਿੱਚ ਕਿਹੜੇ ਗਏ, ਤਾਂ ਉੱਥੇ ਨੇ ਆਏ ਪੋਰਟੁਗੀਜ਼। ਤਾਂ ਫਿਰ ਤੋਂ ਸਟਾਰਟ ਕਰਦੇ ਹੈਗੇ। ਸਭ ਤੋਂ ਪਹਿਲਾਂ ਜਿਹੜਾ ਫਸਟ ਪੋਰਟੁਗੀਜ਼ ਸੀਗਾ ਜਿਹੜਾ ਇੰਡੀਆ ਦੇ ਵਿੱਚ ਆਇਆ ਸੀ, ਉਹਦਾ ਨਾਮ ਕੀ ਸੀਗਾ? ਪ੍ਰਿੰਸ ਹੈਨਰੀ। ਜਿਹੜਾ ਆਪਣੇ ਤੋਂ ਪੁੱਛ ਲਿਆ ਨਾ ਕਿ ਫਸਟ ਪੋਰਟੁਗੀਜ਼ ਜਿਹੜਾ ਫਸਟ ਪੁਰਤਗਾਲੀ ਲੋਕ ਸੀਗੇ ਉਹਦੇ ਵਿੱਚ ਫਸਟ ਦੇ ਉੱਪਰ ਪ੍ਰਿੰਸ ਹੈਨਰੀ ਜਿਹੜਾ ਹੈਗਾ ਸੀ ਉਹ ਇੰਡੀਆ ਦੇ ਵਿੱਚ ਆਇਆ ਸੀ, ਬਟ ਇਹ ਥਰੂ ਲੈਂਡ ਰੂਟ ਆਇਆ ਸੀਗਾ, ਠੀਕ ਹੈ। ਦੇਖੋ, ਇਹ ਕਿਹਦੇ ਥਰੂ ਆਇਆ ਸੀਗਾ? ਇਹ ਥਰੂ ਲੈਂਡ ਰੂਟ ਆਇਆ ਸੀ, ਲੈਂਡ ਰੂਟ। ਕਿਉਂਕਿ ਅਗਰ ਆਪਾਂ ਦੇਖੀਏ ਕਿ ਇੱਥੇ ਆਪਣੇ ਕੋਲੇ ਯੂਰਪ ਹੈਗਾ, ਠੀਕ ਹੈ, ਇੱਥੇ ਆਪਣੇ ਕੋਲੇ ਪੂਰਾ ਅਫਰੀਕਾ ਹੈਗਾ, ਤੇ ਆਹ ਵਾਲਾ ਪੂਰਾ ਏਸ਼ੀਆ ਹੈਗਾ, ਤੇ ਇੱਥੇ ਜੇ ਇੰਡੀਆ ਹੈਗਾ, ਆਹ ਵਾਲੀ ਜਗ੍ਹਾ ਦੇ ਉੱਪਰ ਇੰਡੀਆ। ਤਾਂ ਇਹ ਜਿਹੜਾ ਹੈਗਾ ਇਹ ਸਾਰਾ ਆਪਸ ਦੇ ਵਿੱਚ ਕਨੈਕਟਡ ਹੈ, ਮਤਲਬ ਕਿ ਏਸ਼ੀਆ ਤੇ ਯੂਰਪ, ਆਹ ਏਸ਼ੀਆ ਹੈਗਾ ਤੇ ਆਹ ਆਪਣੇ ਕੋਲ ਇੱਥੇ ਯੂਰਪ ਹੈਗਾ, ਇਹ ਆਪਸ ਦੇ ਵਿੱਚ ਕਨੈਕਟਡ ਹੈਗੇ। ਤਾਂ ਜਿਹੜਾ ਪ੍ਰਿੰਸ ਹੈਨਰੀ ਸੀਗਾ
ਉਹ ਲੈਂਡ ਰੂਟ ਦੇ ਥਰੂ ਪਹਿਲੀ ਵਾਰ ਇੰਡੀਆ ਦੇ ਵਿੱਚ ਆਇਆ ਸੀਗਾ। ਬਟ ਇੱਥੇ ਕੀ ਹੁੰਦਾ ਸੀਗਾ ਕਿ ਜਿਹੜਾ ਏਸ਼ੀਆ ਤੇ ਇੰਡੀਆ ਨੂੰ ਏਸ਼ੀਆ ਤੇ ਯੂਰਪ ਨੂੰ ਕਨੈਕਟ ਕਰਦਾ ਸੀਗਾ, ਉਹਨੂੰ ਆਪਾਂ ਕੀ ਕਹਿੰਦੇ ਸੀਗੇ, ਇਸਤਾਨਬੁਲ। ਇਸਤਾਨਬੁਲ, ਠੀਕ ਹੈ। ਇਸਤਾਨਬੁਲ ਕੀ ਸੀਗਾ, ਏਸ਼ੀਆ ਤੇ ਇੰਡੀਆ ਨੂੰ ਏਸ਼ੀਆ ਤੇ ਯੂਰਪ ਨੂੰ ਕਨੈਕਟ ਕਰਦਾ ਸੀਗਾ। ਬਟ ਇੱਥੇ ਪ੍ਰੋਬਲਮ ਹੋਣ ਕਰਕੇ 1453 ਈਸਵੀ ਦੇ ਵਿੱਚ ਇਹ ਵਾਲਾ ਰਸਤਾ ਬੰਦ ਕਰਤਾ ਸੀ। ਮਤਲਬ ਕਿ ਯੂਰਪ ਦੇ ਲੋਕ ਲੈਂਡ ਰੂਟ ਦੇ ਥਰੂ ਇੰਡੀਆ ਨਹੀਂ ਆ ਸਕਦੇ ਸੀ। ਪਹਿਲਾਂ 1453 ਤੋਂ ਪਹਿਲਾਂ ਇਹ ਪੂਰਾ ਰਸਤਾ ਖੁੱਲਾ ਸੀਗਾ। ਯੂਰਪ ਦੇ ਜਿਹੜੇ ਲੋਕ ਸੀਗੇ ਉਹ ਲੈਂਡ ਰੂਟ ਦੇ ਥਰੂ ਇੰਡੀਆ ਦੇ ਵਿੱਚ ਆ ਸਕਦੇ ਸੀਗੇ। ਪਰ 1453 ਦੇ ਵਿੱਚ ਇਸਤਾਨਬੁਲ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਆ ਜਿਹੜਾ ਰਸਤਾ ਸੀਗਾ ਇਹ ਬੰਦ ਕਰਤਾ ਸੀਗਾ। ਤਾਂ ਉਸ ਤੋਂ ਬਾਅਦ ਜਿਹੜੇ ਯੂਰਪ ਦੇ ਲੋਕ ਸੀਗੇ ਉਹਨਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਇੰਡੀਆ ਦੇ ਵਿੱਚ ਪਹੁੰਚ ਸਕਦੇ ਹੈਗੇ। ਤਾਂ ਉਸ ਟਾਈਮ ਦੇ ਉੱਪਰ ਕੀ ਸੀਗਾ, ਇੱਥੇ ਸਾਰਾ ਸਮੁੰਦਰ ਹੈਗਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਸੀ ਰੂਟ ਦੇ ਥਰੂ, ਸਮੁੰਦਰੀ ਰਸਤੇ ਦੇ ਥਰੂ, ਸੀ ਰੂਟ ਦੇ ਥਰੂ ਇੱਕ ਪਰਸਨ ਨੇ ਜਰਨੀ ਸਟਾਰਟ ਕੀਤੀ ਜਿਹਦਾ ਨਾਮ ਕੀ ਸੀਗਾ, ਬਾਰਥੋਲੋਮਿਓ ਡਾਇਆਜ਼। ਦਾ ਨਾਮ ਨੋਟ ਕਰ ਲਓ, ਪਰਸਨ ਦਾ ਨਾਮ ਕੀ ਸੀਗਾ, ਬਾਰਥੋਲੋਮਿਓ ਡਾਇਆਜ਼। ਬਾਰਥੋਲੋਮਿਓ ਡਾਇਆਜ਼। ਇਸ ਪਰਸਨ ਨੇ ਕੀ ਕੀਤਾ, ਸਮੁੰਦਰੀ ਰਸਤੇ ਦੇ ਥਰੂ ਆਪਣੀ ਜਰਨੀ ਸਟਾਰਟ ਕੀਤੀ ਤੇ ਕਰਦਾ ਕਰਦਾ ਇਹ ਕੀ ਹੋਇਆ, ਇੱਥੇ ਪਹੁੰਚ ਗਿਆ, ਆਹ ਵਾਲੀ ਜਗ੍ਹਾ ਤੇ ਪਹੁੰਚ ਗਿਆ। ਇਸ ਤੋਂ ਬਾਅਦ ਅੱਗੇ ਦਾ ਨਹੀਂ ਇਹਨੂੰ ਪਤਾ ਲੱਗਿਆ ਸੀਗਾ, ਫਿਰ ਇਹ ਜਸਟ ਇੱਥੋਂ ਤੱਕ ਹੀ ਪਹੁੰਚਿਆ ਸੀਗਾ, ਠੀਕ ਹੈ। ਤਾਂ ਇਹ ਜਗ੍ਹਾ ਦਾ ਨਾਮ ਕੀ ਸੀਗਾ, ਕੇਪ ਆਫ ਗੁੱਡ ਹੋਪ। ਕੇਪ ਆਫ ਗੁੱਡ ਹੋਪ, ਸਾਊਥ ਅਫਰੀਕਾ ਦੇ ਵਿੱਚ ਜਗ੍ਹਾ ਹੈਗੀ ਇਹ, ਕੇਪ ਆਫ ਗੁੱਡ ਹੋਪ। ਅਗਰ ਆਪਾਂ ਨੂੰ ਪੇਪਰ ਦੇ ਵਿੱਚ ਪੁੱਛ ਲੈਣਾ ਕਿ ਕੇਪ ਆਫ ਗੁੱਡ ਹੋਪ ਨੂੰ ਕਿਹਨੇ ਫਾਈਂਡ ਕੀਤਾ ਸੀਗਾ, ਤਾਂ ਉੱਥੇ ਆਪਣੇ ਕੋਲ ਆਨਸਰ ਆਏਗਾ ਬਾਰਥੋਲੋਮਿਓ ਡਾਇਆਜ਼। ਕਦੋਂ ਕੀਤਾ ਸੀਗਾ, 1487 ਦੇ ਵਿੱਚ ਕੀਤਾ ਸੀ, ਠੀਕ ਹੈ। ਸਭ ਤੋਂ ਪਹਿਲਾਂ ਕੀ ਹੋਇਆ ਕਿ 1487 ਦੇ ਵਿੱਚ ਜਿਹੜਾ ਪੁਰਤਗਾਲੀ ਸੀਗਾ ਬਾਰਥੋਲੋਮਿਓ ਡਾਇਆਜ਼, ਇਹਨੇ ਸਮੁੰਦਰੀ ਰਸਤੇ ਦੇ ਥਰੂ ਭਾਰਤ ਨੂੰ ਖੋਜਣ ਦੇ ਲਈ ਆਪਣੀ ਜਰਨੀ ਸਟਾਰਟ ਕੀਤੀ। ਪਰ ਇੱਥੇ ਜਾ ਕੇ ਇਹਨੂੰ ਅੱਗੇ ਪਤਾ ਨਹੀਂ ਲੱਗਿਆ, ਇੱਧਰ ਵੀ ਸਮੁੰਦਰ ਸੀ, ਇੱਥੇ ਵੀ ਸਾਰਾ ਸਮੁੰਦਰ ਸੀਗਾ, ਆ ਸਾਰਾ ਸਮੁੰਦਰੀ ਹੈਗਾ, ਹਨਾ, ਆ ਸਾਰਾ ਸਮੁੰਦਰੀ ਰਸਤਾ ਹੈਗਾ। ਤਾਂ ਇਹ ਜੈਸੇ ਇੱਥੋਂ ਤੱਕ ਹੀ ਪਹੁੰਚ ਸਕਿਆ। ਤਾਂ ਇਹ ਵਾਲੀ ਜਗ੍ਹਾ ਨੂੰ ਆਪਾਂ ਕੀ ਕਹਿੰਦੇ ਆ, ਕੇਪ ਆਫ ਗੁੱਡ ਹੋਪ। ਮਤਲਬ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਇਹ ਅਫਰੀਕਾ ਕੰਟੀਨੈਂਟ ਦਾ ਸਭ ਤੋਂ ਸਾਊਥ ਵਾਲਾ ਪਾਰਟ ਹੈ। ਆ ਸਾਰਾ ਜਿਹੜਾ ਹੈਗਾ ਆਪਣੇ ਕੋਲੇ ਅਫਰੀਕਾ ਕੰਟੀਨੈਂਟ ਹੈਗਾ। ਇਹ ਕੀ ਹੈਗਾ ਆਪਣੇ ਕੋਲੇ, ਅਫਰੀਕਾ ਕੰਟੀਨੈਂਟ ਹੈਗਾ। ਤੇ ਅਫਰੀਕਾ ਕੰਟੀਨੈਂਟ ਦਾ ਜਿਹੜਾ ਸਾਊਥ ਵਾਲਾ ਪਾਰਟ ਹੈਗਾ ਉਹ ਕੀ ਹੈਗਾ, ਕੇਪ ਆਫ ਗੁੱਡ ਹੋਪ ਹੈਗਾ। ਤੇ ਕੇਪ ਆਫ ਗੁੱਡ ਹੋਪ ਨੂੰ ਕਿਹਨੇ ਲੱਭਿਆ ਸੀਗਾ, ਬਾਰਥੋਲੋਮਿਓ ਡਾਇਆਜ਼ ਨੇ ਲੱਭਿਆ ਸੀਗਾ। ਉਸ ਤੋਂ ਬਾਅਦ ਆਪਣੇ ਕੋਲ 1492 ਦੇ ਵਿੱਚ 1492 ਦੇ ਵਿੱਚ ਇੱਕ ਹੋਰ ਪਰਸਨ ਨੇ ਆਪਣੀ ਸਮੁੰਦਰੀ ਰਸਤੇ ਦੇ ਰਾਹੀਂ ਜਰਨੀ ਸਟਾਰਟ ਕੀਤੀ ਜਿਹਦਾ ਨਾਮ ਹੈਗਾ ਸੀਗਾ ਕ੍ਰਿਸਟੋਫਰ ਕੋਲੰਬਸ। ਕ੍ਰਿਸਟੋਫਰ ਕੋਲੰਬਸ। ਆ ਸਾਰਾ ਸਮੁੰਦਰ ਹੈਗਾ, ਦੇਖੋ ਆ ਸਾਰਾ ਸਮੁੰਦਰ ਹੈਗਾ। ਮੈਂ ਥੋੜਾ ਇਹਨੂੰ ਕਲੀਅਰ ਤਰੀਕੇ ਨਾਲ ਬਣਾਉਣਾ ਹੈਗਾ। ਇਹਨੂੰ ਥੋੜਾ ਜਿਹਾ ਬੈਟਰ ਤਰੀਕੇ ਦੇ ਨਾਲ ਇੱਥੇ ਨਾ ਇੱਥੇ ਆਪਣੇ ਕੋਲ ਆਹ ਏਸ਼ੀਆ ਹੈਗਾ, ਸੌਰੀ ਯੂਰਪ ਹੈਗਾ, ਆਹ ਤਾਂ ਏਸ਼ੀਆ ਹੈਗਾ। ਇੱਥੇ ਆਪਣੇ ਕੋਲੇ ਅਫਰੀਕਾ ਹੈਗਾ। ਆਹ ਵਾਲੀ ਜਗ੍ਹਾ ਦੇ ਉੱਪਰ ਆਪਣੇ ਕੋਲੇ ਨਾਰਥ ਅਮਰੀਕਾ ਤੇ ਆਹ ਵਾਲੀ ਜਿਹੜੀ ਜਗ੍ਹਾ ਹੈਗੀ ਇੱਥੇ ਆਪਣੇ ਕੋਲੇ ਸਾਊਥ ਅਮਰੀਕਾ ਤੇ ਇੱਥੇ ਆਪਣੇ ਕੋਲੇ ਕੀ ਹੈਗਾ, ਆਸਟ੍ਰੇਲੀਆ। ਇਹ ਮੇਨ ਕੰਟੀਨੈਂਟ ਹੈ ਸਾਰੇ। ਤਾਂ ਹੁਣ ਕੀ ਹੋਇਆ, ਇੱਥੋਂ ਜਿਹੜਾ ਹੈਗਾ ਆਹ ਵਾਲੀ ਜਗ੍ਹਾ ਦੇ ਉੱਪਰ ਇੱਥੇ ਜੇ ਪੁਰਤਗਾਲ ਬਣਿਆ ਹੋਇਆ ਹੈਗਾ, ਆਹ ਵਾਲੀ ਜਗ੍ਹਾ ਤੇ ਪੁਰਤਗਾਲ ਹੈ, ਠੀਕ ਹੈ। ਤੇ ਆਹ ਕੀ ਹੈਗਾ, ਸਾਊਥ ਅਫਰੀਕਾ ਦਾ ਸਾਊਥ ਮੋਸਟ ਪਾਰਟ ਹੈ। ਇੰਡੀਆ ਇੱਥੇ ਜੇ ਹੈਗਾ ਆਪਣਾ, ਆਹ ਵਾਲੀ ਜਗ੍ਹਾ ਮੰਨ ਲਓ ਇੱਥੇ ਜੇ ਇੰਡੀਆ ਹੈਗਾ, ਠੀਕ ਹੈ। ਇਹਨੂੰ ਸਹੀ ਤਰੀਕੇ ਨਾਲ ਬਣਾ ਲਾਂਗੇ ਆਪਾਂ। ਇੰਡੀਆ ਜਿਹੜਾ ਹੈਗਾ ਉਹ ਕੁਛ ਇਸ ਤਰੀਕੇ ਦੇ ਨਾਲ ਇੱਥੇ ਹੈਗਾ ਇੰਡੀਆ, ਠੀਕ ਹੈ। ਤਾਂ
ਪਹਿਲਾਂ ਆਪਾਂ ਨੇ ਦੇਖਿਆ ਬਾਰਥੋਲੋਮਿਓ ਡਾਇਆਜ਼ ਸਿਰਫ ਇੱਥੋਂ ਤੱਕ ਹੀ ਪਹੁੰਚ ਸਕਿਆ ਸੀਗਾ। ਉਸ ਤੋਂ ਬਾਅਦ ਕ੍ਰਿਸਟੋਫਰ ਕੋਲੰਬਸ ਸੀ ਜਿਹੜਾ, ਉਹਨੇ ਵੀ ਆਪਣੀ ਸਮੁੰਦਰੀ ਰਸਤੇ ਰਾਹੀਂ ਜਰਨੀ ਸਟਾਰਟ ਕੀਤੀ, ਪਰ ਉਹ ਜਾਂਦਾ ਜਾਂਦਾ ਉਹਨੇ ਕੀ ਕੀਤਾ, ਉਹ ਇੱਧਰ ਚਲਾ ਗਿਆ, ਠੀਕ ਹੈ, ਇੱਧਰਲੀ ਸਾਈਡ ਚਲਾ ਗਿਆ। ਉਹ ਮਤਲਬ ਕਿ ਅੱਧੇ ਰਸਤੇ ਤੋਂ ਭਟਕ ਗਿਆ ਤੇ ਇੱਥੇ ਜਾ ਕੇ ਉਹਨੂੰ ਜੋ ਲੱਭਿਆ ਉਹ ਕੀ ਸੀਗਾ, USA ਸੀਗਾ। USA ਆਪਾਂ ਕਹਿੰਦੇ ਹੈਗੇ ਕਿ USA ਨੂੰ ਕਿਹਨੇ ਲੱਭਿਆ ਜਾਂ USA ਨੂੰ ਕਿਹਨੇ ਪਹਿਲੀ ਵਾਰ ਫਾਈਂਡ ਕੀਤਾ, ਤਾਂ ਉਹ ਆ ਜਾਏਗਾ ਕ੍ਰਿਸਟੋਫਰ ਕੋਲੰਬਸ। ਕ੍ਰਿਸਟੋਫਰ ਕੋਲੰਬਸ, ਕ੍ਰਿਸਟੋਫਰ ਕੋਲੰਬਸ ਦਾ ਮਤਲਬ ਕਿ ਕ੍ਰਿਸਟੋਫਰ ਕੋਲੰਬਸ ਵੀ ਇੰਡੀਆ ਤੱਕ ਪਹੁੰਚਣ ਦੇ ਵਿੱਚ ਸਫਲ ਨਹੀਂ ਹੋਇਆ। ਸਭ ਤੋਂ ਪਹਿਲਾਂ ਪ੍ਰਯਾਸ ਕਿਹਨੇ ਕੀਤਾ ਸੀਗਾ, ਬਾਰਥੋਲੋਮਿਓ ਡਾਇਆਜ਼ ਨੇ ਕੀਤਾ ਸੀ। ਉਹ ਕਿੱਥੋਂ ਤੱਕ ਪਹੁੰਚ ਸਕਿਆ, ਅਫਰੀਕਾ ਦੇ ਸਾਊਥ ਮੋਸਟ ਪਾਰਟ ਤੱਕ ਪਹੁੰਚ ਸਕਿਆ, ਕਿਉਂਕਿ ਇੱਥੇ ਕੀ ਸੀਗਾ, ਮਤਲਬ ਕਿ ਆ ਵੀ ਚੀਜ਼ ਜੁੜੀ ਹੋਈ ਹੈਗੀ। ਇਹਨਾਂ ਨੇ ਅਗਰ ਇੰਡੀਆ ਪਹੁੰਚਣਾ ਸੀਗਾ ਤਾਂ ਆਹ ਚੀਜ਼ ਕਵਰ ਕਰਕੇ ਇਸ ਤਰੀਕੇ ਨਾਲ ਇੰਡੀਆ ਪਹੁੰਚਿਆ ਜਾ ਸਕਦਾ ਸੀ। ਉਸ ਟਾਈਮ ਜਿਹੜਾ ਸਭ ਤੋਂ ਛੋਟਾ ਰੂਟ ਸੀਗਾ ਉਹ ਇਸ ਤਰੀਕੇ ਦੇ ਨਾਲ ਇੰਡੀਆ ਪਹੁੰਚਿਆ ਜਾ ਸਕਦਾ ਸੀਗਾ, ਸਮੁੰਦਰੀ ਰਸਤੇ ਰਾਹੀਂ। ਤਾਂ ਜਿਹੜਾ ਬਾਰਥੋਲੋਮਿਓ ਡਾਇਆਜ਼ ਸੀਗਾ ਉਹ ਸਿਰਫ ਇੱਥੋਂ ਤੱਕ ਪਹੁੰਚ ਸਕਿਆ। ਜਿਹੜਾ ਕ੍ਰਿਸਟੋਫਰ ਕੋਲੰਬਸ ਸੀਗਾ ਉਹ ਆਪਣਾ ਰਸਤਾ ਕੱਟ ਕੇ ਅਮਰੀਕਾ ਕਿਨੇ ਨਿਕਲ ਗਿਆ। ਉਸ ਤੋਂ ਬਾਅਦ ਇੱਕ ਪਰਸਨ ਹੋਰ ਆਇਆ ਜਿਹਨੇ ਆਪਣੀ ਜਰਨੀ ਸਟਾਰਟ ਕੀਤੀ, ਠੀਕ ਹੈ, 1498 ਦੇ ਵਿੱਚ। 1498 ਦੇ ਵਿੱਚ ਜੋ ਸਟਾਰਟ ਕਰਦਾ ਕੇਪ ਆਫ ਗੁੱਡ ਹੋਪ ਦੇ ਥਰੂ ਹੁੰਦਾ ਹੋਇਆ ਉਹ ਇੰਡੀਆ ਤੱਕ ਪਹੁੰਚ ਗਿਆ, ਠੀਕ ਹੈ। ਉਸ ਪਰਸਨ ਦਾ ਨਾਮ ਕੀ ਸੀਗਾ, ਉਹਦਾ ਨੇਮ ਸੀਗਾ ਵਾਸਕੋ ਡੀ ਗਾਮਾ। ਉਹਦਾ ਨੇਮ ਕੀ ਸੀਗਾ, ਵਾਸਕੋ ਦਾ ਗਾਮਾ। ਤਾਂ ਅਗਰ ਆਪਾਂ ਨੂੰ ਪੁੱਛ ਲੈਣਾ ਕਿ ਇੰਡੀਆ ਦੇ ਵਿੱਚ ਸਮੁੰਦਰੀ ਰਸਤੇ ਰਾਹੀਂ ਪਹਿਲਾ ਪਰਸਨ ਆਉਣ ਵਾਲਾ ਕਿਹੜਾ ਸੀਗਾ, ਤਾਂ ਉਹਦਾ ਆਨਸਰ ਆਏਗਾ ਵਾਸਕੋ ਡੀ ਗਾਮਾ। ਕਦੋਂ ਆਇਆ ਸੀ, 1498 ਦੇ ਵਿੱਚ ਆਇਆ ਸੀ। ਤੇ ਇਹਨੂੰ ਆਉਣ ਲਈ ਕਿੰਨੇ ਦਿਨ ਲੱਗੇ ਸੀਗੇ, 90 ਦਿਨਾਂ ਦਾ ਸਫ਼ਰ ਕਰਕੇ ਇੰਡੀਆ ਪਹੁੰਚਿਆ ਸੀ। ਟੋਟਲ 19 ਡੇਜ਼ ਲੱਗੇ ਸੀਗੇ ਵਾਸਕੋ ਡੀ ਗਾਮਾ ਨੂੰ ਇੰਡੀਆ ਤੱਕ ਪਹੁੰਚਣ ਦੇ ਲਈ। ਤੇ ਇਹ ਕਿੰਨੇ ਤਰੀਕ ਨੂੰ ਇੰਡੀਆ ਦੇ ਵਿੱਚ ਪਹੁੰਚਿਆ ਸੀਗਾ, ਇੱਥੇ ਆ ਜਾਏਗਾ ਆਪਣੇ ਕੋਲੇ 17 ਮਈ 1498। 17 ਮਈ 1498 ਨੂੰ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਪਹੁੰਚਿਆ ਸਮੁੰਦਰੀ ਰਸਤੇ ਰਾਹੀਂ। ਕਿੱਥੋਂ ਦੀ ਹੁੰਦਾ ਹੋਇਆ ਇਹ ਕੇਪ ਆਫ ਗੁੱਡ ਹੋਪ ਦੇ ਥਰੂ ਦੀ ਆਇਆ। ਤਾਂ ਇਹ ਯਾਦ ਰੱਖਣਾ ਕਿੱਥੋਂ ਦੀ ਆਇਆ, ਕੇਪ ਆਫ ਗੁੱਡ ਹੋਪ। ਕੇਪ ਆਫ ਗੁੱਡ ਹੋਪ ਕੀ ਹੈ, ਅਫਰੀਕਾ ਦਾ ਜਿਹੜਾ ਸਭ ਤੋਂ ਦੱਖਣ ਵਾਲਾ ਭਾਗ ਹੈ ਉਹਨੂੰ ਕੇਪ ਆਫ ਗੁੱਡ ਹੋਪ ਦੇ ਨਾਮ ਜਾਣਿਆ ਜਾਂਦਾ ਹੈ। ਜੋ ਅਗਰ ਕਿਹਨੂੰ ਕੀ ਸੀ, ਪਹਿਲੀ ਵਾਰੀ ਬਾਰਥੋਲੋਮਿਓ ਡਾਇਆਜ਼ ਨੇ ਪਹਿਲੀ ਵਾਰ ਲੱਭਿਆ ਸੀ, ਠੀਕ ਹੈ। ਇਹ ਵਾਸਕੋ ਡੀ ਗਾਮਾ ਜਿਹੜਾ ਹੈਗਾ 1498 ਦੇ ਵਿੱਚ ਕੇਪ ਆਫ ਗੁੱਡ ਹੋਪ ਦੇ ਥਰੂ ਹੁੰਦਾ ਹੋਇਆ ਭਾਰਤ ਦੇ ਵਿੱਚ ਪਹੁੰਚਿਆ ਸੀਗਾ। ਤੇ ਭਾਰਤ ਦੇ ਵਿੱਚ ਕਿੱਥੇ ਪਹੁੰਚਿਆ ਸੀਗਾ, ਕਲੀਕੱਟ ਦੇ ਵਿੱਚ ਪਹੁੰਚਿਆ ਸੀਗਾ। ਕਲੀਕੱਟ ਬੰਗਾਲ ਦੇ ਉੱਪਰ ਪਹਿਲੀ ਵਾਰ ਪਹੁੰਚਿਆ ਸੀਗਾ। ਤੇ ਕਲੀਕੱਟ ਕਿੱਥੇ ਹੈਗਾ, ਕੇਰਲਾ ਦੇ ਵਿੱਚ ਆਉਂਦਾ ਹੈਗਾ, ਕੇਰਲਾ ਦੇ ਵਿੱਚ ਆਉਂਦਾ। ਤੇ ਕਿੰਨੇ ਦਿਨ ਲੱਗੇ ਸੀ, ਟੋਟਲ 90 ਦਿਨ ਲੱਗੇ ਸੀ ਵਾਸਕੋ ਡੀ ਗਾਮਾ ਨੂੰ ਇੰਡੀਆ ਤੱਕ ਪਹੁੰਚਣ ਦੇ ਲਈ। ਤੇ ਕਿੰਨੇ ਤਰੀਕ ਨੂੰ ਪਹੁੰਚਿਆ ਸੀਗਾ, 17 ਮਈ 1498 ਨੂੰ ਪਹੁੰਚਿਆ ਸੀ। ਅਗਰ ਆਪਾਂ ਨੂੰ ਪੁੱਛਾਂ ਕਿ ਵਾਸਕੋ ਡੀ ਗਾਮਾ ਟੋਟਲ ਇੰਡੀਆ ਦੇ ਵਿੱਚ ਕਿੰਨੇ ਵਾਰ ਆਇਆ, ਤਾਂ ਟੋਟਲ ਇਹ 3 ਵਾਰ ਇੰਡੀਆ ਆਇਆ, 3 ਟਾਈਮਸ। ਵਾਸਕੋ ਡੀ ਗਾਮਾ 3 ਵਾਰ ਇੰਡੀਆ ਦੇ ਵਿੱਚ ਆਇਆ। ਪਹਿਲੀ ਵਾਰ ਜਦੋਂ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਆਇਆ ਸੀਗਾ ਤਾਂ ਇਹ ਇੰਡੀਆ ਦੇ ਵਿੱਚੋਂ ਮਸਾਲਿਆਂ ਦਾ ਪੂਰਾ ਇੱਕ ਜਹਾਜ਼, ਸਮੁੰਦਰੀ ਜਹਾਜ਼ ਭਰ ਕੇ ਲੈ ਗਿਆ ਸੀਗਾ। ਤੇ ਜਿਹਦੀ ਕੀਮਤ ਇੰਗਲੈਂਡ ਦੇ ਵਿੱਚ ਕੀ ਸੀਗੀ, 60 ਗੁਣਾ ਸੀਗੀ, ਠੀਕ ਹੈ, 60 ਟਾਈਮ। ਮਤਲਬ ਕਿ ਜਿਹੜੇ ਮਸਾਲੇ ਖਰੀਦ ਕੇ ਵਾਸਕੋ ਡੀ ਗਾਮਾ ਇੰਡੀਆ ਤੋਂ ਲੈ ਕੇ ਗਿਆ ਸੀਗਾ ਉਹਦੀ ਕੀਮਤ ਕਿੰਨੀ ਸੀਗੀ, 60 ਟਾਈਮ ਸੀਗੀ, 60 ਗੁਣਾ ਕੀਮਤ ਸੀ। ਕਿਉਂਕਿ ਇਹ ਸਾਰੇ ਜਿਹੜੇ ਬ੍ਰਿਟਿਸ਼ਰ ਸੀਗੇ ਜਾਂ ਪੁਰਤਗਾਲੀ ਸੀਗੇ ਜਾਂ ਜੋ ਵੀ ਯੂਰੋਪੀਅਨ ਪਾਵਰ ਹੈਗੀਆਂ ਸੀ, ਇਹਨਾਂ ਦਾ ਮੁੱਖ ਕੰਮ ਹੀ ਵਪਾਰ ਕਰਨਾ ਸੀਗਾ। ਤਾਂ ਇਹਨੇ ਕੀ ਕੀਤਾ, ਮਸਾਲੇ ਲੈ ਗਿਆ ਤੇ ਉੱਥੇ ਜਾ ਕੇ ਜਦੋਂ ਵੇਚੇ ਤਾਂ ਉੱਥੇ ਦੇਖਿਆ ਕਿ ਇਹ ਤਾਂ 60 ਗੁਣਾ ਵਿਕ ਰਹੇ ਹੈ। ਤਾਂ ਫਿਰ ਉਹ ਦੂਜੀ ਵਾਰ ਆਇਆ, ਫਿਰ ਤੀਜੀ ਵਾਰ ਆਇਆ। ਤਾਂ ਟੋਟਲ 3 ਵਾਰ ਜਿਹੜਾ ਵਾਸਕੋ ਡੀ ਗਾਮਾ ਹੈਗਾ ਉਹ ਭਾਰਤ ਦੇ ਵਿੱਚ ਆਇਆ ਸੀ। ਤਾਂ ਤੀਜੀ ਵਾਰ ਤਾਂ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਲਗਾਤੀ ਸੀਗੀ ਭਾਰਤ ਦੇ ਵਿੱਚ, ਠੀਕ ਹੈ। ਤਾਂ ਇਹ ਯਾਦ ਰੱਖਣਾ ਹੈਗਾ ਕਿ ਜਿਹੜੀ ਪੁਰਤਗਾਲੀਆਂ ਨੇ ਫੈਕਟਰੀ ਲਗਾਈ ਹੈ ਭਾਰਤ ਦੇ ਵਿੱਚ, ਉਹ ਕਦੋਂ ਲਗਾਈ ਹੈਗੀ, ਤਾਂ ਉਹ ਲਗਾਈ ਹੈਗੀ 1503 ਦੇ ਵਿੱਚ। 1503 ਦੇ ਵਿੱਚ ਤੀਜੀ ਵਾਰੀ ਵਾਸਕੋ ਡੀ ਗਾਮਾ ਭਾਰਤ ਦੇ ਵਿੱਚ ਆਇਆ ਸੀਗਾ, ਸੌਰੀ ਤੀਜੀ ਨਹੀਂ ਦੂਜੀ ਵਾਰੀ ਆਇਆ ਸੀਗਾ। ਤੇ ਉਦੋਂ ਜਿਹੜੀ ਫੈਕਟਰੀ ਲਗਾਈ ਸੀ ਉਹ ਕਿੱਥੇ ਲਗਾਈ ਸੀ, ਕੋਚੀਨ ਦੇ ਵਿੱਚ ਲਗਾਈ ਸੀ। ਵਾਸਕੋ ਡੀ ਗਾਮਾ ਟੋਟਲ 3 ਵਾਰ ਭਾਰਤ ਆਇਆ ਤੇ ਜਿਹੜੀ ਫੈਕਟਰੀ ਇਹਨਾਂ ਨੇ ਆਪਣੀ ਲਗਾਈ ਸੀਗੀ ਵਪਾਰ ਕਰਨ ਦੇ ਲਈ ਉਹ 1503 ਦੇ ਵਿੱਚ ਲਗਾਈ ਸੀ। ਕਿੱਥੇ ਲਗਾਈ ਸੀ, ਕੋਚੀ ਦੇ ਵਿੱਚ ਲਗਾਈ ਸੀ।
एग्जाम के पॉइंट ऑफ व्यू तो ये काफ़ी इंपोर्टेंट है। तुहानूं पूछा जा सकता है कि ਜਿਹੜੇ पोर्टुगीज है पुर्तगाली है इन्होंने भारत के अपनी फैक्ट्री कदों लगाई, तो 1503 के फैक्ट्री लगाई, कित्थे लगाई, कोचीन के लगाई है। ठीक है, तो ये सारे पॉइंट ही वास्को डी गामा के रिगार्डिंग तुसीं याद रखने हैं। ये सारे पॉइंट ही काफ़ी ज़्यादा इंपोर्टेंट पॉइंट है। ਤੇ ਇੱਕ ਪੁਆਇੰਟ ਹੋਰ ਯਾਦ ਰੱਖਣਾ ਹੈਗਾ ਕਿ ਜਦੋਂ ਵਾਸਕੋ ਡੀ ਗਾਮਾ ਕਲੀਕਟ ਦੇ ਵਿੱਚ ਪਹੁੰਚਿਆ ਸੀਗਾ ਤਾਂ ਉਹਦਾ ਸਵਾਗਤ ਕਲੀਕਟ ਦੇ ਰੂਲਰ ਨੇ ਕੀਤਾ ਸੀ, ਜਿਹੜਾ ਕਲੀਕਟ ਦਾ ਰਾਜਾ ਸੀਗਾ ਉਹਨੇ ਉਹਦਾ ਵਾਸਕੋ ਡੀ ਗਾਮਾ ਦਾ ਸਵਾਗਤ ਕੀਤਾ ਸੀਗਾ ਤੇ ਉਸਦਾ ਨਾਮ ਕੀ ਸੀਗਾ? ਜੈਮੋਰਿਨ। ਜੈਮੋਰਿਨ ਤਾਂ ਜੈਮੋਰਿਨ ਦੇ ਦੁਆਰਾ ਵਾਸਕੋ ਡੀ ਗਾਮਾ ਦਾ ਸਵਾਗਤ ਕੀਤਾ ਗਿਆ ਸੀ ਜਦੋਂ ਵਾਸਕੋ ਡੀ ਗਾਮਾ ਪਹਿਲੀ ਵਾਰੀ ਕਲੀਕਟ ਦੀ ਬੰਦਰਗਾਹ ਦੇ ਉੱਪਰ ਪਹੁੰਚਿਆ ਸੀਗਾ। ਕਦੋਂ ਪਹੁੰਚਿਆ ਸੀਗਾ? 17 ਮਈ 1498। ठीक है, तो ये सारे पॉइंट तुसीं याद रखने हैं। उस तो बाद कुछ आप अगे होर देखते हैं। उस तो बाद की होया, जिहड़ा पोर्टुगीज सीगे या पुर्तगाली सीगे, पोर्टुगीज इन्होंने भारत दे विच अपना एम्पायर बनाना स्टार्ट करता ते इन्हां दा जिहड़ा पोर्टुगीज दा एम्पायर सीगा उहनूं की कहा जांदा सीगा? पोर्टुगीज दे एम्पायर नूं आपां कहंदे सीगे एनटांडो। जिहड़ा पोर्टुगीज दा एम्पायर सीगा उहनूं आपां की कहंदे सीगे? एनटांडो डी इंडिया। एनटांडो डी इंडिया। अगर अपन पूछ लन के फर्स्ट पोर्टुगीज गवर्नर कौन सीगा इंडिया दे विच? फर्स्ट पोर्टुगीज गवर्नर इन इंडिया। तो उत्थे अपने को आंसर की आ जाएगा? फर्स्ट पोर्टुगीज गवर्नर कौन सीगा अपने को? फ्रांसिस्को डी अल्मीडा। तो ये याद रखना है, फ्रांसिस्को डी अल्मीडा। फ्रांसिस्को डी अल्मीडा ये फर्स्ट पोर्टुगीज गवर्नर सीगा। ते इन्हें की कीता सीगा? इन्हें एक बड़ी ही इंपोर्टेंट पॉलिसी चलाई सी जिन्हों की कहा जाता है ब्लू वाटर पॉलिसी। ब्लू वाटर पॉलिसी। ब्लू वाटर पॉलिसी। ब्लू वाटर पॉलिसी की सीगी? देखो अपने कहेगा कि आह पूरा वर्ड है ना, पूरा धरती हैगी, पूरा वर्ड हैगा। तो इस दे विच इंडिया दे विच आउण दे लई कुछ मेन पॉइंट सीगे। ठीक है, मतलब कि या इत्थों दी इंडिया दे विच आया जा सकदा सी, जां इत्थों दी इंडिया दे विच आया जा सकदा सी, जां इत्थे भी एक पॉइंट हैगा सी जित्थों दी इंडिया दे विच आया जा सकदा सी। तो कुछ समुद्री रस्तियां दे मेन पॉइंट सीगे जित्थों दी भारत दे विच दाखल होया जा सकदा सी। वो जिहड़े पॉइंट सीगे उन्हां पॉइंट नूं की कहा जांदा सीगा? उन्हां पॉइंट नूं चोक पॉइंट बोलिया जांदा सीगा। किहड़ा पॉइंट बोलिया जांदा सीगा? चोक पॉइंट। ठीक है, तो उन्हां सारे पॉइंट्स दे उपर फ्रांसिस्को डी अल्मीडा ने की कीता? इन्हां ने अपनी सेना लगाती। ठीक है, जिन्ने भी समुद्री रस्तियां दे राहीं भारत दे विच दाखल होने वाले मेन पॉइंट सीगे जां मेन रस्ते सीगे उन्हां सारे रस्तियां दे उपर फ्रांसिस्को डी अल्मीडा ने की कीता? अपनी फौज लगाती ताकि कोई भारत दे विच दाखल ना हो सके। ये की कहंदे सीगे कि जे किसी ने भारत दे विच जाना हैगा तो साडे तो परमिट लेना पऊगा। साडे तो की लेना पऊगा? परमिट लेना पऊगा। परमिट आप समझते हैं ना, जिवें अजकल भी कोई नवीं बस चलाउणी हैगी तो आपां नूं परमिट लेना पैंदा हैगा। तो इस तरीके दे नाल ही इन्हां ने की कीता? इंडिया के जिहड़े समुद्री रस्ते दे राहीं जो भी पॉइंट सीगे उत्थे अपना कंट्रोल इस्टैबलिश कर लिया। तो ये कहते कि जे किसी ने इंडिया के विच व्यापार करने के लिए जाना हैगा तो साडे तो परमिट लेना पऊगा, मतलब कि सानूं कुछ राशि देनी पऊगी, कुछ पेमेंट करनी पऊगी, उस तो बाद तुसीं जिहड़ा हैगा इंडिया के विच दाखल हो सकदे होगे व्यापार करने के लिए। ठीक है, तो ये जिहड़ी पॉलिसी सीगी इसे पॉलिसी नूं ब्लू वाटर पॉलिसी कहा जांदा। ये पॉलिसी किहने चलाई सीगी? फ्रांसिस्को डी अल्मीडा ने चलाई सी। इत्थों तक ही ध्यान रखना है। ये है फर्स्ट
पोर्टुगीज गवर्नर इन इंडिया। इस तो बाद एक होर गवर्नर आया ਸੀ, ਉਹ ਵੀ ਕਾਫੀ ਇੰਪੋਰਟੈਂਟ ਹੈਗਾ, ਉਹ ਵੀ ਆਪਾਂ ਅੱਗੇ ਦੇਖਦੇ ਹਾਂ। ਇਸ ਤੋਂ ਬਾਅਦ ਨੈਕਸਟ ਜੋ ਗਵਰਨਰ ਆਇਆ ਸੀਗਾ ਇੰਡੀਆ ਦੇ ਵਿੱਚ, ਪਹਿਲਾਂ ਤਾਂ ਯਾਦ ਰੱਖਿਓ ਕਿ ਜਿਹੜਾ ਫ੍ਰਾਂਸਿਸਕੋ ਡੀ ਅਲਮੀਡਾ ਹੈਗਾ, ਇਹ 1503 ਤੋਂ ਲੈ ਕੇ 1509 ਤੱਕ ਰਿਹਾ। 1503 ਤੋਂ ਲੈ ਕੇ 1509 ਤੱਕ ਰਿਹਾ ਤੇ 1509 ਦੇ ਵਿੱਚ ਨਵਾਂ ਗਵਰਨਰ ਆ ਗਿਆ ਸੀਗਾ। ਉਹਦਾ ਨੇਮ ਕੀ ਸੀਗਾ, ਉਹ ਆਪਾਂ ਇੱਥੇ ਲਿਖ ਦੇਣਗੇ। उसका नेम सीगा एल्फांसो डी एल्बरक्वैक। ये सेकंड गवर्नर सीगा पोर्टुगीज का। यह कदों तक रहेगा, 1509 तो लेके 15 तक। एल्फांसो डी एल्बरक्वैक ਤੇ ਸਭ ਤੋਂ ਪਹਿਲਾਂ ਕੀ ਕੀਤਾ ਸੀਗਾ, ਇਹਨੇ ਕੈਪੀਟਲ ਬਣਾਈ ਸੀ ਆਪਣੀ ਕੋਚੀ ਨੂੰ। ਕੈਪੀਟਲ ਕੀ ਬਣਾਈ ਸੀ, ਕੋਚੀ। ਕੋਚੀ ਨੂੰ ਆਪਣੀ ਕੈਪੀਟਲ ਡਿਕਲੇਅਰ ਕੀਤਾ ਸੀਗਾ। ਤੇ ਐਲਫਾਂਸੋ ਡੀ ਐਲਬਰਕਵੈਕ ਨੇ ਕਿਹੜੀ ਪਾਲਿਸੀ ਚਲਾਈ ਸੀ, ਇੰਪੀਰੀਅਲਿਜ਼ਮ ਦੀ। ਤੁਸੀਂ ਲਿਖ ਸਕਦੇ ਹੋ ਕਿ ਪਾਲਿਸੀ ਆਫ ਇੰਪੀਰੀਅਲਿਜ਼ਮ। ਇੰਪੀਰੀਅਲਿਜ਼ਮ ਦੀ ਪਾਲਿਸੀ ਚਲਾਈ ਸੀਗੀ। ਇੰਪੀਰੀਅਲਿਜ਼ਮ ਦਾ ਮਤਲਬ ਕੀ ਹੁੰਦਾ, ਆਪਣੇ ਰਾਜ ਦਾ ਵਿਸਤਾਰ ਕਰਨਾ। ਤੇ ਇਹਨੇ ਕੀ ਕੀਤਾ ਸੀਗਾ, ਜਿਹੜੇ ਨੇੜੇ ਨੇੜੇ ਦੇ ਏਰੀਆ ਸੀਗੇ ਉਹਨਾਂ ਦੇ ਉੱਪਰ ਉਹਨਾਂ ਨਾਲ ਲੜਾਈ ਕਰਕੇ ਕੁਝ ਏਰੀਆ ਦੇ ਕਬਜ਼ੇ ਵਿੱਚ ਲੈਣਾ ਸ਼ੁਰੂ ਕਰਤਾ ਸੀਗਾ। ਤਾਂ ਉਹ ਵਾਲੀ ਪਾਲਿਸੀ ਨੂੰ ਆਪਾਂ ਕੀ ਕਹਿੰਦੇ, ਪਾਲਿਸੀ ਆਫ ਇੰਪੀਰੀਅਲਿਜ਼ਮ ਕਿਹਨੇ ਚਲਾਈ ਸੀਗੀ, ਅਲਫਾਂਸੋ ਡੀ ਐਲਬਰਕਵੈਕ ਨੇ। ਉਸ ਤੋਂ ਬਾਅਦ ਜੋ ਪੁਆਇੰਟ ਤੁਸੀਂ ਯਾਦ ਰੱਖਣਾ ਹੈਗਾ, ਇਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਪੁਆਇੰਟ ਤੁਸੀਂ ਯਾਦ ਰੱਖਣਾ ਹੈਗਾ ਉਹ ਕੀ ਹੈਗਾ ਕਿ ਇਸ ਤੋਂ ਬਾਅਦ ਇੱਕ ਹੋਰ ਗਵਰਨਰ ਜਨਰਲ ਆਇਆ ਸੀਗਾ। ਹੋਰ ਗਵਰਨਰ ਆਇਆ ਸੀਗਾ ਜਿਹੜਾ, ਇਹਦਾ ਨਾਮ ਕੀ ਸੀਗਾ, ਨੀਨੋ ਡੀ ਕੁਨਾ। ਨੀਨੋ ਡੀ ਕੁਨਾ। ਨੀਨੋ ਡੀ ਕੁਨਾ ਅਗਲਾ ਗਵਰਨਰ ਆਇਆ ਸੀਗਾ ਪੁਰਤਗਾਲੀਆਂ ਦਾ। ਤਾਂ ਇਹਨੇ ਕੀ ਕੀਤਾ ਸੀਗਾ, 1930 ਇਹਨੇ ਕੀਤਾ ਸੀਗਾ 1530 ਦੇ ਵਿੱਚ ਆਪਣੀ ਕੈਪੀਟਲ ਨੂੰ ਸ਼ਿਫਟ ਕਰ ਲਿਆ ਸੀਗਾ, ਕਿੱਥੇ, ਗੋਆ ਦੇ ਵਿੱਚ। ਮਤਲਬ ਕਿ ਪਹਿਲਾਂ ਜਿਹੜੀ ਕੈਪੀਟਲ ਕੋਚੀ ਸੀਗੀ, ਕੋਚੀ ਤੋਂ ਬਾਅਦ ਇਹਨੇ ਆਪਣੀ ਕੈਪੀਟਲ ਕੀ ਬਣਾ ਲਈ ਸੀ, ਗੋਆ ਬਣਾ ਲਈ ਸੀਗੀ। ਤੇ ਉਸ ਤੋਂ ਬਾਅਦ ਗੋਆ ਹੀ ਪੁਰਤਗਾਲੀਆਂ ਦੀ ਕੈਪੀਟਲ ਰਹੀ ਸੀਗੀ। ਤੇ ਉਸ ਤੋਂ ਬਾਅਦ 1987 ਦੇ ਵਿੱਚ ਇੰਡੀਆ ਨੇ ਗੋਆ ਦੇ ਕਬਜ਼ੇ ਦੇ ਵਿੱਚ ਲੈਤਾ ਗਿਆ ਪੁਰਤਗਾਲੀਆਂ ਤੋਂ। ਤੇ ਜਿਹੜੀ ਗੋਆ ਸਟੇਟ ਬਣੀ ਹੈਗੀ ਉਹ ਵੀ 1987 ਦੇ ਵਿੱਚ ਹੀ ਬਣੀ ਹੈਗੀ। ਠੀਕ ਹੈ, ਤਾਂ ਇਹ ਪੁਆਇੰਟ ਯਾਦ ਰੱਖਣਾ ਹੈਗਾ। ਜਿਹੜੇ ਪੁੱਛ ਲੈਂਦੇ ਹੁੰਦੇ ਆ ਕਿ ਗੋਆ ਕੈਪੀਟਲ ਜਿਹੜੇ ਗਵਰਨਰ ਨੇ ਸ਼ਿਫਟ ਕੀਤੀ, ਤਾਂ ਉੱਥੇ ਆਨਸਰ ਆ ਜਾਏਗਾ ਨੀਨੋ ਡੀ ਕੁਨਾ। ਜੇ ਪੁੱਛ ਲੈਣ ਕਿ ਗੋਆ ਨੂੰ ਜਿੱਤਿਆ ਕਿਹਨੇ ਸੀਗਾ, ਆਪਣੇ ਰਾਜ ਦੇ ਵਿੱਚ ਕਿਹਨੇ ਮਿਲਾਇਆ ਸੀਗਾ, ਤਾਂ ਉੱਥੇ ਆਨਸਰ ਕੀ ਆ ਜਾਏਗਾ ਆਪਣੇ ਕੋਲੇ, ਉੱਥੇ ਆ ਜਾਏਗਾ ਐਲਫਾਂਸੋ ਡੀ ਐਲਬਰਕਵੈਕ। ਕਿਉਂਕਿ ਆਪਾਂ ਨੂੰ ਪਤਾ ਕਿ ਐਲਫਾਂਸੋ ਡੀ ਐਲਬਰਕਵੈਕ ਨੇ ਕੀ ਕੀਤਾ ਸੀਗਾ, ਪਾਲਿਸੀ ਆਫ ਇੰਪੀਰੀਅਲਿਜ਼ਮ ਜਿਹੜਾ ਹੈਗਾ ਉਹ ਚਲਾਇਆ ਸੀਗਾ। ਤੇ ਇਹਨੇ ਹੀ ਗੋਆ ਨੂੰ ਉਹਦੇ ਰਾਜ ਦੇ ਵਿੱਚ ਮਿਲਾਇਆ ਸੀਗਾ। ठीक है जी, तो ये सारे पॉइंट तुसीं याद रखने हैं। ये सारे ही पॉइंट एग्जाम के पॉइंट ऑफ व्यू तो काफी ज्यादा इंपोर्टेंट पॉइंट है। ਜਿਹੜਾ परमिट लगाते थे है ना, अपने कहा ਸੀਗਾ कि चौक पॉइंट के ऊपर परमिट लेना पैंदा ਸੀ। अगर किसी ने बाहरों आना है तो उस परमिट लैन वाले सिस्टम ਨੂੰ ਕਾਰਟੇਜ सिस्टम बोलिया जाता है। ਕਾਰਟੇਜ सिस्टम ਜਿਹੜਾ ਆਪਾਂ ਨੇ ਗੱਲ ਕੀਤੀ ਸੀਗੀ ਪਿੱਛੇ कि अगर किसी ਬਾਹਰਲੇ ਲੋਕਾਂ ਨੇ ਇੰਡੀਆ ਦੇ ਵਿੱਚ ਐਂਟਰ ਹੋਣਾ ਹੈਗਾ ਵਪਾਰ ਕਰਨ ਦੇ ਲਈ, ਤਾਂ ਉਹਨਾਂ ਨੂੰ ਕੀ ਕਰਨਾ ਸੀਗਾ, ਪਰਮਿਟ ਲੈਣਾ ਪੈਂਦਾ ਸੀਗਾ ਪੋਰਟੁਗੀਜ਼ ਤੋਂ। ਪਰਮਿਟ ਲੈਣ ਵਾਲੇ ਸਿਸਟਮ ਨੂੰ ਕੀ ਕਹਿੰਦੇ ਸੀਗੇ, ਕਾਰਟੇਜ ਸਿਸਟਮ। ਇਹਦੇ ਵਿੱਚ ਕੀ ਸੀਗਾ, ਕਾਰਟੇਜ ਸਿਸਟਮ ਦੇ ਵਿੱਚ ਵੀ ਜ਼ਿਆਦਾ ਸਾਡੇ ਤੋਂ ਪਰਮਿਟ ਲਓ, ਨਹੀਂ ਅਸੀਂ ਕੀ ਕਰਾਂਗੇ, ਤੁਹਾਡਾ ਸਾਰਾ ਸਮਾਨ ਲੁੱਟ ਲਾਂਗੇ। ਹਾਂ, ਇਹ ਵਾਲਾ ਸਿਸਟਮ ਕੀ ਸੀਗਾ, ਉਹ ਕਾਰਟੇਜ ਸਿਸਟਮ ਸੀਗਾ। ਤਾਂ ਉਸ ਤੋਂ ਬਾਅਦ ਕੀ ਸੀਗਾ, ਲਗਭਗ 100 ਸਾਲ ਅਪਰੋਕਸੀਮੇਟ 100 ਈਅਰ ਜਿਹੜੇ ਪੋਰਟੁਗੀਜ਼ ਸੀਗੇ, ਇਹਨਾਂ ਨੇ ਪੂਰਾ ਆਪਣਾ ਰਾਜ ਕੀਤਾ ਇੰਡੀਆ ਦੇ ਵਿੱਚ। ਪੂਰਾ ਮਤਲਬ ਕਿ ਇੰਡੀਆ ਦੇ ਵਿੱਚੋਂ ਇਹ ਮਸਾਲੇ ਵਗੈਰਾ ਲੈਂਦੇ ਸੀਗੇ ਤੇ ਉਹਨਾਂ ਨੂੰ ਬਾਹਰਲੇ ਜਿਹੜੇ ਆਪਣੇ ਯੂਰਪ ਦੇ ਕੰਟਰੀ ਸੀਗੇ ਉੱਥੇ ਵੇਚਦੇ ਸੀਗੇ। ਇੰਡੀਆ ਪੋਪੂਲਰ ਹੀ ਦੋ ਕਾਰਨਾਂ ਕਰਕੇ ਸੀਗਾ, ਜਿਵੇਂ ਆਪਾਂ ਨੇ ਗੱਲ ਕੀਤੀ ਹੈਗੀ ਕਿ ਇੱਕ ਤਾਂ ਸਪਾਈਸਿਸ ਕਰਕੇ ਪੋਪੂਲਰ ਸੀਗਾ, ਇੱਕ ਟੈਕਸਟਾਈਲ ਕਰਕੇ ਪੋਪੂਲਰ ਸੀਗਾ। ਜ਼ਿਆਦਾ ਟੈਕਸਟਾਈਲ ਕਰਕੇ ਜ਼ਿਆਦਾ ਪੋਪੂਲਰ ਸੀ।
ठीक है। तो 100 साल तो इन्हों टक्कर देने वाला या इन्हों का कंपीटिशन करने वाला कोई नहीं सी। बट उस तो बाद की होया, डच जिहड़े है वो इंडिया में स्टार्ट करता, क्योंकि जो देखो यूरोप के कंट्री है सारिया, पुर्तगाल यूरोप की कंट्री है, डच भी यूरोप की कंट्री हैगी, ठीक है। तो जो ब्रिटिशर से इंग्लैंड से भी यूरोप की कंट्री है। तो जो उन्होंने देखा कि साडा नेबरिंग कंट्री है वो इन्ना ज़्यादा मतलब कि तरक्की कर रहा है, तो उन्होंने चेक किया कि कारण की है। जो देखा तो उन्होंने समझ लगी कि इंडिया के समान लियाते हैं तो इतने बेच देंगे, उतों काफ़ी सस्ता समान लियाते हैं इतने 7 गुणा महंगा बेच देंगे। तो उन्होंने भी फिर की किया, उन्होंने भी सोचा कि असं भी इंडिया के जाके अपना व्यापार करना शुरू करिए। तो उस तो बाद जी सैकेंड पार्टी आई थी इंडिया के डच आए थे। पर डच को डिस्कस करने तो पहला थोड़ा जिहा एक पॉइंट होर देख लीए कि जो पुर्तगाल इंडिया के आए थे ये अपने नाल कुछ नवी चीज़ां भी लेके आए थे, अपना कल्चर भी नाल लेके आए, नवी चीज़ां इन्होंने इंडिया को दित्तियां। तो किहड़ियां सीगियां वो आपां देख लईए पहलां। हाँ, पुर्तगालियां ने इंडिया को की कुछ दिता, पोटैटो है जिहड़े पोटैटो पुर्तगाल लेके आए इंडिया के विच। उस तो बाद टोबैको जिहड़ा तंबाकू हैगा टोबैको वो भी पोर्टुगीज लेके आए इंडिया के विच। उस तो बाद रैड चिली लाल मिर्च जी रैड चिली ये भी इंडिया के विच लैके आने वाले कौन से पुर्तगाली सीगे, ठीक है। उस तो बाद शिप बिल्डिंग, ठीक है। शिप को किस तरीके बनाया जाता है ये भी पुर्तगाली लेके आए थे। मेन इंपोर्टेंट प्रिंटिंग प्रेस प्रिंटिंग प्रेस भी इंडिया के किन्होंने इंट्रोड्यूस किया, पुर्तगालियां ने किया। कदों किया 1555 गोवा के पहली इंडिया की प्रिंटिंग प्रेस लगाई गई थी। याद रखना है इंडिया की पहली प्रिंटिंग प्रेस कितने लगाई गई थी, गोवा के लगाई गई थी। ये सारी चीज़ां जिहड़ियां हैगियां ने पुर्तगालियां दी ही देन ने। ये सारे इंपोर्टेंट जो पॉइंट अपने डिस्कस किए हैं वो तुसीं याद रखने हैं। उस तो बाद आप देखते हैं नैक्सट, उस तो बाद आ गया डच। डच किहड़े लोग सीगे, नीदरलैंड के जिहड़े लोग सीगे उन्होंने डच कहा जाता सी। नीदरलैंड के जिहड़े लोग सीगे उन्होंने डच कहा जाता सी। नीदरलैंड काहदे लई मशहूर है, तो आपको पता है नीदरलैंड दे विच इंटरनेशनल कोर्ट ऑफ जस्टिस भी है। ये याद रखिए पॉइंट, इंटरनेशनल कोर्ट ऑफ जस्टिस है जी वो भी कितनी हैगी, हेग दे विच है। हेग कितने हैगा, नीदरलैंड दे विच। ठीक है। क्वेश्चन जिहड़े पॉइंट नाल आपां डिस्कस करी जांदे वो भी नाल नोट करी चलिया करो, वो थोड़े लंबे टाइम के लिए याद रहणगे। डच जिहड़े हैगे नीदरलैंड के लोग है, नीदरलैंड काहदे लई मशहूर है, इंटरनेशनल कोर्ट ऑफ जस्टिस है जिहड़ी वो हेग दे विच है, नीदरलैंड दे विच। इंटरनेशनल कोर्ट ऑफ जस्टिस का इंडिया का पहला जज कौन सीगा, वो भी उसका नाम याद रखना है, डॉक्टर नगिंदर सिंह सीगा। डॉक्टर नगिंदर सिंह ये फर्स्ट इंडियन सीगा जिहड़ा कि इंटरनेशनल कोर्ट ऑफ जस्टिस दे विच जज बनिया सीगा। ठीक है। तो पॉइंट याद रखियो। आप वापस अपने पॉइंट ते ही आउने हैं कि डच जिहड़े लोग सीगे ये इंडिया दे विच कदों आए, ठीक है। तो ये जिहड़े इंडिया दे विच आए सीगे ये 1602 ਦੇ ਵਿੱਚ ਆਏ ਸੀਗੇ। 1602 ਦੇ ਵਿੱਚ ਇਹ ਇੰਡੀਆ ਦੇ ਵਿੱਚ ਆਏ ਸੀਗੇ। ਤੇ ਫਸਟ ਡੱਚ ਪਰਸਨ ਕੌਣ ਸੀਗਾ ਜੇ ਆਪਣੇ ਤੋਂ ਪੁੱਛਣ, ਫਸਟ ਡੱਚ, ਤਾਂ ਉੱਥੇ ਆਪਣੇ ਆਨਸਰ ਕੀ ਆ ਜਾਏਗਾ, ਕੈਨ ਹੈਲੀਅਸ ਹੌਟਮੈਨ। ਕੈਨ ਹੈਲੀਅਸ हॉटमैन के फर्स्ट डच टू कम टू इंडिया, अपने को आंसर किया जाएगा कैन हेलियस हॉटमैन। डच के लोगों ने इंडिया के कुछ सिक्के को इंट्रोड्यूस किए। जो डच के लोग थे इन्होंने इंडिया के कॉइन इंट्रोड्यूस किए, गोल्ड के कॉइन तुम कह सकते हो, गोल्ड कॉइन इंट्रोड्यूस किए जिन्होंने किया जाता सीगा पैगोडा कॉइन कहा जाता सीगा। की कहते सीगे
ਪੈਗੋਡਾ ਕॉइन। डच ਦੇ ਲੋਕਾਂ ਨੇ ਇੰਡੀਆ ਦੇ ਵਿੱਚ ਕੀ ਇੰਟਰੋਡਿਊਸ ਕੀਤਾ? ਗੋਲਡ ਕॉइन, ਜਿਨ੍ਹਾਂ ਨੂੰ ਪੈਗੋਡਾ कॉइन ਕਿਹਾ ਜਾਂਦਾ ਸੀਗਾ। ਇਹਨਾਂ ਨੇ ਆਪਣੇ ਇੰਡੀਆ ਦੇ ਵਿੱਚ ਸੈਂਟਰ ਕਿੱਥੇ ਕਿੱਥੇ ਲਗਾਏ ਸੀਗੇ? ਮੇਨ ਸੈਂਟਰ ਕਿਹੜੇ ਸੀਗੇ ਡਚ ਦੇ? ਮੇਨ ਸੈਂਟਰਸ ਆਫ ਡਚ ਇਨ ਇੰਡੀਆ, ਕਿਹੜੇ ਜਗ੍ਹਾ ਦੇ ਉੱਪਰ ਇਹਨਾਂ ਨੇ ਆਪਣੇ ਸੈਂਟਰ ਬਣਾਏ ਸੀਗੇ ਇੰਡੀਆ ਦੇ ਵਿੱਚ? ਤਾਂ ਉਹ ਕੀ ਆ ਜਾਏਗਾ? ਪੁਲੀਕਟ, ਠੀਕ ਹੈ। ਕਿਹੜੇ ਕਿਹੜੇ ਆ ਜਾਣਗੇ? ਪੁਲੀਕਟ, ਨਾਗਪਟਿਨਮ, नागापट्टिनम, मसूलीपट्टिनम, मसूलीपट्टिनम, कासिम बाजार, कासिम बाजार। ਇਹ ਕੁਝ ਇੰਪੋਰਟੈਂਟ ਇਹਨਾਂ ਦੇ ਸੈਂਟਰ ਹੈਗੇ। ਸੈਂਟਰ ਤਾਂ ਹੋਰ ਵੀ ਸੀਗੇ, ਸੂਰਤ ਦੇ ਵਿੱਚ ਵੀ ਇਹਨਾਂ ਨੇ ਆਪਣਾ ਸੈਂਟਰ ਲਗਾਇਆ ਸੀਗਾ, ਪਰ ਤੁਸੀਂ ਇੰਨੇ ਯਾਦ ਰੱਖ ਲਓ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਇਹਨੇ ਆਪਾਂ ਨੂੰ ਸਫੀਸ਼ੀਐਂਟ ਹੈਗੇ। ਇਸ ਤੋਂ ਬਾਅਦ ਇਹਨਾਂ ਨੇ ਇੰਡੀਆ ਦੇ ਵਿੱਚ ਦੋ ਮੇਨ ਜਿਹੜੇ ਡੱਚ ਦੇ ਲੋਕ ਸੀਗੇ, ਇਹਨਾਂ ਨੇ ਇੰਡੀਆ ਦੇ ਵਿੱਚ ਦੋ ਮੇਨ ਇੰਡਸਟਰੀਜ਼ ਲਗਾਈਆਂ ਸੀ। ਕਿਹੜੀਆਂ ਕਿਹੜੀਆਂ ਸੀਗੀਆਂ? ਟੂ ਮੇਨ ਇੰਡਸਟਰੀਜ਼। ਕਿਹੜੀਆਂ ਕਿਹੜੀਆਂ ਦੋ ਇੰਡਸਟਰੀਜ਼ ਲਗਾਈਆਂ ਸੀ? ਪਹਿਲੇ ਨੰਬਰ ਦੇ ਉੱਪਰ ਆਪਣੇ ਕੋਲ ਹੈਗੀ ਸੀਗੀ ਕੋਟਨ ਇੰਡਸਟਰੀ, ਕੋਟਨ इंडस्ट्री। दूजी हैगी सी इंडिगो इंडस्ट्री, इंडिगो इंडस्ट्री, ठीक है। इंडिगो का मतलब होंगे नील, जिहड़ा आपां कपड़ियां नूं नील दिंदे हैगे, ठीक है, तो उहनूं इंडिगो बोलदे हैं। कोटन आपां नूं पता ही हैगी है ना। इन्हां ने दो मेन इंडस्ट्रीज इंडिया दे विच लगाईयां सीगीआं ते जे पुछ जा सकदी है। ते जिहड़े डच दे लोक हैगे ਜਿਹੜੇ ਡੱਚ ਦੇ ਲੋਕ ਸੀਗੇ, ਉਸ ਤੋਂ ਬਾਅਦ ਕੀ ਹੋ ਗਿਆ ਸੀਗਾ? ਆਪਾਂ ਨੂੰ ਪਤਾ ਕਿ 1600 ਈਸਵੀ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਬਣ ਗਈ ਸੀਗੀ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਠੀਕ ਹੈ। ਬ੍ਰਿਟਿਸ਼ਰ ਵੀ ਇੰਡੀਆ ਦੇ ਵਿੱਚ ਆ ਗਏ ਸੀਗੇ, ਤਾਂ ਬ੍ਰਿਟਿਸ਼ਰ ਤੇ ਡੱਚ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਅੱਗੇ, ਮਤਲਬ ਕਿ ਉਹਨਾਂ ਦੇ ਵਿੱਚ ਲੜਾਈ ਵਗੈਰਾ ਵੀ ਹੋਈ ਹੈਗੀ, ਉਹ ਆਪਾਂ ਅੱਗੇ ਦੇਖਾਂਗੇ। ਤਾਂ ਫਿਲਹਾਲ ਆਪਾਂ ਨੇ ਇਹ ਧਿਆਨ ਰੱਖਣਾ ਹੈਗਾ ਕਿ ਆਹ ਦੋ ਮੇਨ ਇੰਡਸਟਰੀਜ਼ ਸਟਾਰਟ ਕੀਤੀਆਂ ਸੀਗੀਆਂ ਜਦੋਂ ਡੱਚ ਦੇ ਲੋਕ ਇੰਡੀਆ ਦੇ ਵਿੱਚ ਆਏ ਆ। ਉਸ ਟਾਈਮ ਦੇ ਉੱਪਰ ਹੀ ਬ੍ਰਿਟਿਸ਼ਰ ਵੀ ਇੰਡੀਆ ਦੇ ਵਿੱਚ ਆ ਗਏ ਸੀਗੇ, ਠੀਕ ਹੈ। ਬ੍ਰਿਟਿਸ਼ਰ ਬਾਰੇ ਆਪਾਂ ਅੱਗੇ ਪੜਾਂਗੇ ਹੁਣੀ। ਤਾਂ ਬ੍ਰਿਟਿਸ਼ਰ ਵੀ ਉਸ ਟਾਈਮ ਦੇ ਉੱਪਰ ਇੰਡੀਆ ਦੇ ਵਿੱਚ ਆ ਗਏ ਸੀਗੇ। ਬ੍ਰਿਟਿਸ਼ਰ ਜਿਹੜੇ ਹੈਗੇ ਉਹ ਆਪਾਂ ਨੂੰ ਪਤਾ ਹੈ ਕਿ 1608 ਦੇ ਵਿੱਚ ਕੈਪਟਨ ਵਿਲੀਅਮ ਹੌਕਿਨ ਆਇਆ ਸੀਗਾ ਇੰਡੀਆ ਦੇ ਵਿੱਚ। ਤੇ ਇੱਥੇ ਆਪਾਂ ਅੱਗੇ ਵੈਸੇ ਡਿਸਕਸ਼ਨ ਕਰਾਂਗੇ, ਪਰ ਇੱਕ ਬੈਟਲ ਤੁਸੀਂ ਯਾਦ ਰੱਖਿਓ ਜਿਹੜੀ ਕਿ ਬ੍ਰਿਟਿਸ਼ਰ ਤੇ ਡੱਚ ਦੇ ਲੋਕਾਂ ਦੇ ਵਿੱਚ ਹੋਈ ਸੀਗੀ 1759 ਦੇ ਵਿੱਚ ਨਾ, ਇੱਕ ਬੈਟਲ ਹੋਈ ਸੀਗੀ। ਇਹ ਤੁਸੀਂ ਯਾਦ ਰੱਖਿਓ, ਅੱਗੇ ਵੀ ਆਪਾਂ ਡਿਸਕਸ ਕਰਾਂਗੇ ਇਹਦੇ ਬਾਰੇ। ਬੈਟਲ ਆਫ ਬੇਦਾਰਾ, ਬੈਟਲ ਆਫ ਬੇਦਾਰਾ ਹੋਈ ਸੀਗੀ। ਕਿਹਦੇ ਵਿੱਚ ਹੋਈ ਸੀ ਇਹ? ਬਿਟਵੀਨ ਡੱਚ ਐਂਡ ਬ੍ਰਿਟਿਸ਼ਰ। ਡੱਚ ਤੇ ਬ੍ਰਿਟਿਸ਼ ਦੇ ਲੋਕਾਂ ਦੇ ਵਿੱਚ ਕਿਹੜੀ ਬੈਟਲ ਹੋਈ ਸੀ? ਬੈਟਲ ਆਫ ਬੇਦਾਰਾ। ਇਸ ਬੈਟਲ ਤੋਂ ਬਾਅਦ ਕਿਉਂਕਿ ਕੋਈ ਪਾਰਟਿਕੂਲਰ ਐਂ ਹੋਇਆ ਵੀ ਉਹ ਜਮਾ ਜਿੱਤ ਗਏ, ਇੱਕ ਪਾਰਟੀ ਜਮਾ ਜਿੱਤ ਗਈ, ਦੂਜੀ ਪਾਰਟੀ ਜਮਾ ਹਾਰ ਗਈ, ਇਹਨਾਂ ਨੇ ਇੱਕ ਤਰ੍ਹਾਂ ਦਾ ਸਮਝੌਤਾ ਕਰ ਲਿਆ ਸੀਗਾ। ਕਿਉਂਕਿ ਦੇਖੋ ਇੰਡੀਆ ਦਾ ਦੋ ਚੀਜ਼ਾਂ ਦੇ ਲਈ ਮੇਨ ਪ੍ਰਸਿੱਧ ਸੀਗਾ, ਇੱਕ ਤਾਂ ਸਪਾਈਸਿਸ ਦੇ ਲਈ ਆਪਾਂ ਨੇ ਗੱਲ ਕੀਤੀ ਹੈਗੀ ਹੁਣੀ, ਤੇ ਇੱਕ ਟੈਕਸਟਾਈਲ ਦੇ ਲਈ, ਠੀਕ ਹੈ। ਉਸ ਟਾਈਮ ਦੇ ਉੱਪਰ ਇੱਕ ਹੋਰ ਕੰਟਰੀ ਵੀ ਸੀਗਾ ਜਿਹੜਾ ਕਿ ਸਪਾਈਸ ਦੇ ਲਈ ਕਾਫੀ ਜ਼ਿਆਦਾ ਮਸ਼ਹੂਰ ਸੀਗਾ, ਉਹ ਕੰਟਰੀ ਸੀਗਾ ਇੰਡੋਨੇਸ਼ੀਆ, ਠੀਕ ਹੈ। ਜਦੋਂ ਇਹਨਾਂ ਦੀ ਬੈਟਲ ਹੁੰਦੀ ਹੈ ਡੱਚ ਤੇ ਬ੍ਰਿਟਿਸ਼ ਦੀ, ਠੀਕ ਹੈ, ਤਾਂ ਆਹ ਦੋਨੋਂ ਕੰਟਰੀ ਜਿਹੜੀ ਹੈਗੀ ਆਪਾਂ ਨੂੰ ਪਤਾ ਈਸਟਰਨ ਕੰਟਰੀ ਹੈਗੀਆਂ, ਇੰਡੋਨੇਸ਼ੀਆ ਵੀ ਇੰਡੀਆ ਦੇ ਵਿੱਚ ਨੇੜੇ ਹੀ ਹੈਗਾ, ਕੋਈ ਜ਼ਿਆਦਾ ਦੂਰ ਨਹੀਂ ਹੈਗਾ। ਤਾਂ ਜਿਹੜੀਆਂ ਇਹ ਕੰਪਨੀਆਂ ਬਣੀਆਂ ਈਸਟ ਇੰਡੀਆ ਕੰਪਨੀ, ਮਤਲਬ ਕਿ ਜਿਹੜਾ ਪੂਰੇ ਵਰਲਡ ਦਾ ਈਸਟਰਨ ਪਾਰਟ ਹੈ, ਜਿਹਦੇ ਵਿੱਚ ਇੰਡੀਆ ਵੀ ਆਉਂਦਾ, ਇੰਡੋਨੇਸ਼ੀਆ ਵੀ ਆਉਂਦਾ,
ਉਹਨੂੰ ਕੰਟਰੋਲ ਕਰਨ ਦੇ ਲਈ, ਉੱਥੇ ਵਪਾਰ ਕਰਨ ਦੇ ਲਈ ਬਣੀਆਂ ਸੀ। ਠੀਕ ਹੈ, ਤਾਂ ਇੱਥੇ ਇਹਨਾਂ ਦੇ ਵਿੱਚ ਸਮਝੌਤਾ ਹੋ ਗਿਆ ਕਿ ਜਿਹੜੇ ਡੱਚ ਦੇ ਲੋਕ ਹੈਗੇ, ਇਹਨਾਂ ਨੂੰ ਮਸਾਲਿਆਂ ਦੀ ਜ਼ਿਆਦਾ ਲੋੜ ਹੈਗੀ, ਸਪਾਈਸਿਸ ਦੀ ਜ਼ਿਆਦਾ ਲੋੜ ਹੈ, ਤੇ ਇਹ ਕਿਹੜੇ ਏਰੀਆ ਨੂੰ ਕੰਟਰੋਲ ਕਰਨਗੇ, ਇੰਡੋਨੇਸ਼ੀਆ ਨੂੰ ਕਰਨਗੇ। ਠੀਕ ਹੈ, ਡੱਚ ਜਿਹੜਾ ਹੈਗਾ ਇੰਡੋਨੇਸ਼ੀਆ ਦੇ ਏਰੀਆ ਡੱਚ ਨੂੰ ਮਿਲ ਗਿਆ, ਤੇ ਜਿਹੜੇ ਟੈਕਸਟਾਈਲ ਹੈਗਾ ਉਹ ਬ੍ਰਿਟਿਸ਼ਰ ਨੂੰ ਚਾਹੀਦਾ ਹੈਗਾ। ਬ੍ਰਿਟਿਸ਼ਰ ਨੇ ਕੀ ਕੀਤਾ, ਇੰਡੀਆ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਤਾਂ ਇਸ ਲੜਾਈ ਤੋਂ ਬਾਅਦ ਹੋ ਗਿਆ ਕਿ ਜਿਹੜਾ ਇੰਡੋਨੇਸ਼ੀਆ ਦਾ ਭਾਗ ਸੀਗਾ ਉਹ ਡੱਚ ਦੇ ਲੋਕਾਂ ਕੋਲ ਚਲਾ ਗਿਆ, ਤੇ ਜਿਹੜਾ ਇੰਡੀਆ ਦਾ ਭਾਗ ਸੀਗਾ ਉਹ ਕਿਹਦੇ ਕੋਲ ਆ ਗਿਆ, ਬ੍ਰਿਟਿਸ਼ਰ ਕੋਲ ਆ ਗਿਆ। ਇੰਡੀਆ ਦੇ ਵਿੱਚ ਟੈਕਸਟਾਈਲ ਜ਼ਿਆਦਾ ਫੇਮਸ ਸੀਗਾ, ਜ਼ਿਆਦਾ ਮਸ਼ਹੂਰ ਸੀਗਾ, ਤੇ ਬ੍ਰਿਟਿਸ਼ਰ ਨੂੰ ਵੀ ਟੈਕਸਟਾਈਲ ਹੀ ਚਾਹੀਦਾ ਸੀਗਾ, ਤਾਂ ਕਰਕੇ ਇੰਡੀਆ ਵਾਲਾ ਪਾਰਟ ਹੈ ਉਹਨਾਂ ਨੇ ਕਬਜ਼ੇ 'ਚ ਲੈ ਲਿਆ। ਤੇ ਜਿਹੜਾ ਸਪਾਈਸਿਸ ਵਾਲਾ ਮਤਲਬ ਕਿ ਇੰਡੋਨੇਸ਼ੀਆ ਸੀਗਾ ਉਹ ਸਪਾਈਸਿਸ ਦੇ ਲਈ ਪ੍ਰਸਿੱਧ ਸੀਗਾ। ਸਪਾਈਸਿਸ ਆਪਾਂ ਨੂੰ ਪਤਾ ਮਸਾਲੇ ਹੁੰਦੇ ਹਨ, ਮਸਾਲਿਆਂ ਦੇ ਵਿੱਚ ਵੀ ਕਾਲੀ ਮਿਰਚ ਹੁੰਦੀ ਹੈ। ਠੀਕ ਹੈ, ਉਹਦੇ ਲਈ ਜ਼ਿਆਦਾ ਪ੍ਰਸਿੱਧ ਸੀਗਾ, ਤੇ ਡੱਚ ਦੇ ਲੋਕਾਂ ਨੂੰ ਉਹਦੇ ਕੰਟਰੋਲ ਵਿੱਚ ਲੈ ਲਿਆ। ਦੇਖੋ ਸਪਾਈਸਿਸ ਦੀ ਆਥੈਂਟਿਕ ਲੋੜ ਸੀ, ਕਿਉਂਕਿ ਆਥੈਂਟਿਕ ਸੀਗਾ, ਫ੍ਰਿਜ ਵਗੈਰਾ ਨਹੀਂ ਹੁੰਦੇ ਸੀਗੇ, ਤੇ ਯੂਰਪ ਦੇ ਲੋਕ ਸੀਗੇ ਉਹਨਾਂ ਨੂੰ ਜਿਹੜਾ ਮੀਟ ਹੁੰਦਾ ਸੀਗਾ, ਮਾंस ਹੁੰਦਾ ਸੀਗਾ, ਉਹਨੂੰ ਬਚਾ ਕੇ ਰੱਖਣ ਦੇ ਲਈ, ਕਾਫੀ ਦਿਨਾਂ ਤੱਕ ਸੇਫ ਰੱਖਣ ਦੇ ਲਈ, ਤਾਂ ਕਿ ਉਹ ਖਰਾਬ ਨਾ ਹੋਵੇ, ਉਹਦੇ ਲਈ ਮਸਾਲਿਆਂ ਦੀ ਲੋੜ ਪੈਂਦੀ ਸੀ, ਕਾਲੀ ਮਿਰਚ ਦੀ ਲੋੜ ਪੈਂਦੀ ਸੀ। ਤਾਂ ਕਰਕੇ ਉਹ ਕਰਦੇ ਸੀਗੇ, ਇੰਡੀਆ ਦੇ ਵਿੱਚੋਂ ਉਹ ਸਾਰੇ ਲੈ ਕੇ ਜਾਂਦੇ ਸੀਗੇ ਤੇ ਉੱਥੇ ਮਹਿੰਗੇ ਦਰਾਂ ਦੇ ਉੱਪਰ ਵੇਚਦੇ ਸੀਗੇ। ਇਸ ਕਰਕੇ ਇੰਡੀਆ ਕਾਫੀ ਜ਼ਿਆਦਾ ਮਸ਼ਹੂਰ ਸੀਗਾ ਉਹਨਾਂ ਟਾਈਮਾਂ ਦੇ ਉੱਪਰ ਟੈਕਸਟਾਈਲ ਦੇ ਲਈ, ਜਾਂ ਫਿਰ ਸਪਾਈਸ ਤੇ ਮਸਾਲਿਆਂ ਦੇ ਲਈ। ਠੀਕ ਹੈ ਜੀ, ਤਾਂ ਇਹ ਹੈਗਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਡੱਚ ਇੰਡੀਆ ਦੇ ਵਿੱਚ ਆਏ, ਤੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਇੰਡੀਆ ਦੇ ਵਿੱਚ ਥੋੜਾ ਬਹੁਤ ਪਾਰਟ ਨੂੰ ਕੰਟਰੋਲ ਕੀਤਾ, ਤੇ ਬਾਅਦ ਵਿੱਚ ਜਿਹੜਾ ਹੈਗਾ ਇੰਡੀਆ ਦਾ ਪੂਰਾ ਕੰਟਰੋਲ ਹੈਗਾ ਉਹ ਬ੍ਰਿਟਿਸ਼ ਦੇ ਲੋਕਾਂ ਕੋਲ ਆ ਗਿਆ। ਇਸ ਤੋਂ ਬਾਅਦ ਆਪਾਂ ਬ੍ਰਿਟਿਸ਼ਰ ਬਾਰੇ ਪੜਾਂਗੇ ਕਿ ਬ੍ਰਿਟਿਸ਼ਰ ਜਿਹੜੀ ਈਸਟ ਇੰਡੀਆ ਕੰਪਨੀ ਹੈਗੀ ਉਹ ਕਿਸ ਤਰੀਕੇ ਨਾਲ ਆਈ ਇੰਡੀਆ ਦੇ ਵਿੱਚ, ਕਿਵੇਂ ਉਹਨਾਂ ਨੇ ਇੰਡੀਆ ਦੇ ਵਿੱਚ ਆਪਣੀ ਪਾਵਰ ਹੈ ਜਿਹੜੀ ਉਹ ਪਾਵਰ ਨੂੰ ਗੇਨ ਕਰਨਾ ਸਟਾਰਟ ਕੀਤਾ। ਬਾਅਦ ਵਿੱਚ ਆਪਾਂ ਵੀ ਦੇਖਾਂਗੇ ਕਿ ਫ੍ਰੈਂਚ ਦੇ ਲੋਕ ਵੀ ਆਏ, ਤੇ ਫ੍ਰੈਂਚ ਤੇ ਬ੍ਰਿਟਿਸ਼ਰ ਦੀਆਂ ਵੀ ਕਾਰਨੇਟਿਕ ਵਾਰ ਹੋਈਆਂ, ਉਹਦੇ ਵਿੱਚ ਕਿਵੇਂ ਬ੍ਰਿਟਿਸ਼ ਦੇ ਲੋਕਾਂ ਨੇ ਫ੍ਰੈਂਚ ਦੇ ਲੋਕਾਂ ਨੂੰ ਹਰਾਇਆ। ਜੋ ਆਪਾਂ ਅੱਗੇ ਦੇਖਦੇ ਹਾਂ ਕਿ ਇੱਥੋਂ ਤੱਕ ਆਪਣੇ ਜੋ ਡਿਸਕਸ ਕੀਤਾ ਹੈਗਾ ਉਹ ਆਪਾਂ ਨੇ ਕੀ ਕੀਤਾ ਹੈ। ਅਗਰ ਆਪਾਂ ਉਹਨੂੰ ਸਾਫ਼ ਕਰੀਏ ਹੁਣ ਤੱਕ ਇੱਕ ਤਾਂ ਆਪਾਂ ਪੜ੍ਹਿਆ ਕਿ ਪੁਰਤਗਾਲ ਦੇ ਲੋਕ ਆਏ ਸੀ ਪਹਿਲਾਂ। ਠੀਕ ਹੈ, ਪੁਰਤਗਾਲ ਦੇ ਵਿੱਚ ਵਾਸਕੋ ਡੀ ਗਾਮਾ ਪਹਿਲੇ ਨੰਬਰ ਤੇ ਆਇਆ ਸੀਗਾ ਇੰਡੀਆ ਦੇ ਵਿੱਚ, 3 ਵਾਰੀ ਆਇਆ ਸੀ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦੇ ਕੁਝ ਮੇਨ ਗਵਰਨਰ ਜਨਰਲ ਨਾਮ ਯਾਦ ਰੱਖੇ ਹੈਗੇ ਕਿ ਫ੍ਰਾਂਸਿਸਕੋ ਡੀ ਅਲਮੀਡਾ ਹੈਗਾ, ਐਲਫਾਂਸੋ ਲਿਬਰਕੁਇਕ ਹੈਗਾ, ਜਾਂ ਨੀਨੋ ਡੀ ਕੁੰਨਾ ਹੈਗਾ। ਨੀਨੋ ਡੀ ਕੁੰਨਾ ਨੇ ਗੋਆ ਨੂੰ ਆਪਣੀ ਰਾਜਧਾਨੀ ਬਣਾਇਆ ਸੀਗਾ। ਠੀਕ ਹੈ, ਅਲਮੀਡਾ ਨੇ ਬਲੂ ਬਰਡ ਪਾਲਿਸੀ ਚਲਾਈ ਸੀ, ਐਲਬਰਕੁਇਕ ਨੇ ਕੀ ਕੀਤਾ ਸੀਗਾ, ਇੰਪੀਰੀਅਲਿਜ਼ਮ ਦੀ ਪਾਲਿਸੀ ਨੂੰ ਸਟਾਰਟ ਕੀਤਾ ਸੀ। ਇਹ ਸਾਰੇ ਕੀਮਤੀ ਪੁਆਇੰਟ ਤੁਸੀਂ ਯਾਦ ਰੱਖਣੇ ਹੈ, ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਜ਼ਿਆਦਾ ਇੰਪੋਰਟੈਂਟ ਹੈਗੇ ਹੈ। ਤੇ ਵਾਸਕੋ ਡੀ ਗਾਮਾ ਦਾ ਸਵਾਗਤ ਕਿਹਨੇ ਕੀਤਾ ਸੀਗਾ, ਜਨਰਲ ਨੇ ਕੀਤਾ ਸੀਗਾ, ਇਹ ਵੀ ਆਪਾਂ ਨੇ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਗੱਲ ਲਿਖੀ ਕਿ ਡੱਚ ਦੇ ਲੋਕ ਸੀਗੇ, ਉਸ ਸਾਲ ਦਾ ਪੁਰਤਗਾਲੀਆਂ ਨੇ ਰਾਜ ਕੀਤਾ। ਬਾਅਦ ਵਿੱਚ ਡੱਚ ਦੇ ਲੋਕ ਨੇ ਆ ਕੇ ਉਹਨਾਂ ਨੇ ਵੀ ਪੁਰਤਗਾਲੀਆਂ ਨਾਲ ਲੜਾਈ ਕਰਨੀ ਸ਼ੁਰੂ ਕੀਤੀ, ਤੇ ਇੰਡੀਆ ਦੇ ਵਿੱਚ ਉਹਨਾਂ ਨੇ ਵੀ ਆਪਦਾ ਵਪਾਰ ਕਰਨ ਦੇ ਲਈ ਜਦੋਜਹਿਦ ਕੀਤੀ। ਪਰ ਸਾਰੇ ਵਿੱਚ ਉਸ ਟਾਈਮ ਦੇ ਉੱਪਰ ਹੀ ਬ੍ਰਿਟਿਸ਼ਰ ਦੇ ਲੋਕ ਵੀ ਇੰਡੀਆ ਆ ਰਹੇ ਸੀਗੇ। ਠੀਕ ਹੈ, 1608 ਦੇ ਵਿੱਚ ਆਪਾਂ ਪੜਾਂਗੇ ਵੀ, ਪਰ ਤੁਸੀਂ ਨੋਟ ਕਰ ਸਕਦੇ ਹੋਗੇ ਕਿ 1608 ਦੇ ਵਿੱਚ ਬ੍ਰਿਟਿਸ਼ਰ ਜਿਹੜੇ ਹੈਗੇ ਮਤਲਬ ਕਿ ਉਹ ਇੰਡੀਆ ਦੇ ਵਿੱਚ ਵਪਾਰ ਕਰਨ ਦੇ ਲਈ ਪਹਿਲੀ ਵਾਰ ਆਏ ਸੀਗੇ। ਠੀਕ ਹੈ, ਇਹਦੇ ਵਿੱਚ ਵੀ ਤੁਸੀਂ ਨਾਮ ਯਾਦ ਰੱਖ ਸਕਦੇ ਹੋਗੇ ਕਿਹੜਾ ਕੈਪਟਨ ਵਿਲੀਅਮ ਹੌਕਿੰਗ ਹੈਗਾ, ਕੈਪਟਨ ਵਿਲੀਅਮ ਹੌਕਿੰਗ। ਇਹ ਪਹਿਲੀ ਵਾਰੀ 1608 ਦੇ ਵਿੱਚ ਆਇਆ ਸੀਗਾ ਜਹਾਂਗੀਰ ਦੇ ਦਰਬਾਰ ਦੇ ਵਿੱਚ। ਠੀਕ ਹੈ, ਵਪਾਰ ਕਰਨ ਦੇ ਲਈ ਜਿਹੜਾ ਆਏਗਾ ਉਹ ਕੌਣ ਆਇਆ ਸੀਗਾ, ਕੈਪਟਨ ਵਿਲੀਅਮ ਹੌਕਿੰਗ। ਕਈ ਵਾਰ ਆਪਾਂ ਨੂੰ ਪੁੱਛ ਲੈਂਦੇ ਕਿ ਪਹਿਲਾਂ ਬ੍ਰਿਟਿਸ਼ਰ ਅਕਬਰ ਦੇ ਦਰਬਾਰ 'ਚ ਕੌਣ ਆਇਆ ਸੀਗਾ, ਉਹ ਹੈਗਾ ਸੀਗਾ ਰਾਲਫ ਫਿੰਚ। ਰਾਲਫ ਫਿੰਚ। ਅਗਰ ਆਪਾਂ ਨੂੰ ਪੁੱਛਣ ਕਿ ਅਕਬਰ ਦੇ ਦਰਬਾਰ ਦੇ ਵਿੱਚ ਜਿਹੜਾ ਬ੍ਰਿਟਿਸ਼ਰ ਕੌਣ ਸੀਗਾ, ਉਹ ਰਾਲਫ ਫਿੰਚ ਆਇਆ ਸੀਗਾ। ਅਗਰ ਆਪਾਂ ਨੂੰ ਪੁੱਛਣ ਕਿ ਜਹਾਂਗੀਰ ਦੇ ਦਰਬਾਰ ਦੇ ਵਿੱਚ ਪਹਿਲਾ ਬ੍ਰਿਟਿਸ਼ਰ ਕੌਣ ਆਇਆ ਸੀਗਾ, ਕੈਪਟਨ ਵਿਲੀਅਮ ਹੌਕਿੰਗ ਆਇਆ ਸੀਗਾ। ਇਹ ਈਸਟ ਇੰਡੀਆ ਕੰਪਨੀ ਦਾ ਪਰਸਨ ਸੀਗਾ ਜਿਹੜਾ ਕਿ ਇੰਗਲੈਂਡ ਤੋਂ ਐਲਿਜ਼ਾਬੈਥ ਦੀ ਪਰਮਿਸ਼ਨ ਲੈ ਕੇ ਆਇਆ ਸੀਗਾ ਵਪਾਰ ਕਰਨ ਲਈ ਇੰਡੀਆ ਦੇ ਵਿੱਚ। ਮਹਾਰਾਣੀ ਐਲਿਜ਼ਾਬੈਥ ਸੀਗੀ, ਉਹਨਾਂ ਦੀ ਪਰਮਿਸ਼ਨ ਲੈ ਕੇ ਇੰਡੀਆ ਦੇ ਵਿੱਚ ਵਪਾਰ ਕਰਨ ਦੇ ਲਈ ਆਏ ਸੀਗੇ। ਪਰ ਇਹ ਜਿਹੜਾ ਹੈਗਾ ਜਹਾਂਗੀਰ ਦੇ ਵਿੱਚ ਦਰਬਾਰ ਦੇ ਵਿੱਚ ਇਹਨੂੰ ਮਨਜ਼ੂਰੀ ਨਹੀਂ ਮਿਲੀ ਸੀਗੀ, ਪਰ ਫਿਰ ਵੀ ਜਾਂਦਾ ਜਾਂਦਾ ਇਹ ਕੀ ਕਰ ਗਿਆ, ਇੰਡੀਆ ਦੇ ਵਿੱਚ ਮਤਲਬ ਕਿ ਇੱਕ ਅੱਧਾ ਜਿਹੜਾ ਹੈਗਾ ਤੁਸੀਂ ਕਹਿ ਸਕਦੇ ਹੋ ਇੱਕ ਗੋਦਾਮ ਖਰੀਦ ਕੇ ਚਲਾ ਗਿਆ ਸੀਗਾ। ਠੀਕ ਹੈ, ਇੱਕ ਗੋਦਾਮ ਟਾਈਪ ਜਿਹੜੀ ਜਗ੍ਹਾ ਸੀਗੀ ਉਹ ਖਰੀਦ ਕੇ ਵਾਪਿਸ ਵਗ ਗਿਆ ਸੀਗਾ।
ਤੇ ਤੁਸੀਂ ਕਹਿ ਸਕਦੇ ਹੋਗੇ ਕਿ ਉਹ ਇਹਨਾਂ ਦੀ ਇੱਕ ਪਹਿਲੀ ਬ੍ਰਿਟਿਸ਼ਰ ਦੀ ਫੈਕਟਰੀ ਸੀ। ਆਪਾਂ ਇਹ ਸਾਰੇ ਪੁਆਇੰਟ ਤੇ ਵਾਪਸ ਸੁਣਨੇ ਹੈਗੇ, ਸਾਰੇ ਪੁਆਇੰਟ ਵਨ ਬਾਈ ਵਨ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਤਾਂ ਇਥੋਂ ਤੱਕ ਜੋ ਆਪਾਂ ਨੇ ਹੁਣ ਡਿਸਕਸ ਕੀਤਾ, ਡੱਚ ਬਾਰੇ ਡਿਸਕਸ ਕੀਤਾ, ਪੁਰਤਗਾਲੀਆਂ ਜਾਂ ਡੱਚ ਬਾਰੇ ਕੀਤਾ ਗੱਲ, ਕਿ ਡੱਚ ਦੇ ਲੋਕ ਸੀ ਜਿਹੜੇ ਉਹਨਾਂ ਨੇ ਇੰਡੋਨੇਸ਼ੀਆ ਨੂੰ ਸਾਂਭ ਲਿਆ ਸੀਗਾ, ਤੇ ਜਿਹੜੇ ਬ੍ਰਿਟਿਸ਼ਰ ਸੀ ਉਹਨਾਂ ਨੇ ਇੰਡੀਆ ਨੂੰ ਸਾਂਭ ਲਿਆ ਸੀਗਾ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਾਂ ਮੇਨ ਗੱਲ ਕਰਦੇ ਹਾਂਗੇ ਬ੍ਰਿਟਿਸ਼ਰ ਬਾਰੇ। ਤਾਂ ਜਿਹੜੇ ਬ੍ਰਿਟਿਸ਼ਰ ਸੀਗੇ, ਬ੍ਰਿਟਿਸ਼ਰ ਇੰਡੀਆ, ਬ੍ਰਿਟਿਸ਼ਰ ਇਨ ਇੰਡੀਆ, ਤੁਸੀਂ ਕਹਿ ਸਕਦੇ ਹੋਗੇ ਕਿ 31 ਦਸੰਬਰ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਬਣੀ ਸੀ। ਈਸਟ ਇੰਡੀਆ ਕੰਪਨੀ ਬਣੀ ਸੀ। ਕੰਪਨੀ ਕਿੱਥੇ ਬਣੀ ਸੀਗੀ? ਇਹ ਇੰਗਲੈਂਡ ਦੇ ਵਿੱਚ ਬਣੀ ਸੀ। ਇੰਗਲੈਂਡ ਦੇ ਵਿੱਚ 31 ਦਸੰਬਰ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਦਾ ਨਿਰਮਾਣ ਹੋਇਆ ਸੀਗਾ, ਤੇ ਇਹਦਾ ਨਾਮ ਉੱਥੇ ਇੰਗਲੈਂਡ ਦੇ ਵਿੱਚ ਕੀ ਸੀਗਾ? ਮਰਚੈਂਟ ਐਡਵੈਂਚਰ ਗਰੁੱਪ, ਐਡਵੈਂਚਰ ਗਰੁੱਪ। ਪਹਿਲਾਂ ਇਹਦਾ ਨੇਮ ਮਰਚੈਂਟ ਐਡਵੈਂਚਰ ਗਰੁੱਪ ਸੀਗਾ, ਬਾਅਦ ਵਿੱਚ ਇਹਨੂੰ ਈਸਟ ਇੰਡੀਆ ਕੰਪਨੀ ਕਿਹਾ ਜਾਣ ਲੱਗ ਗਿਆ। ਤੇ ਇਹਨਾਂ ਨੇ ਕੀ ਕੀਤਾ ਸੀਗਾ, 31 ਦਸੰਬਰ 1600 ਦੇ ਵਿੱਚ ਜਿਹੜੀ ਇੰਗਲੈਂਡ ਦੀ ਮਹਾਰਾਣੀ ਸੀਗੀ, ਠੀਕ ਹੈ, ਮਹਾਰਾਣੀ ਐਲਿਜ਼ਾਬੈਥ, ਉਹਨਾਂ ਦੀ ਪਰਮਿਸ਼ਨ ਲੈਤੀ ਸੀਗੀ। ਤੁਸੀਂ ਲਿਖ ਸਕਦੇ ਹੋਗੇ ਕੁਈਨ ਐਲਿਜ਼ਾਬੈਥ ਵਨ ਦੀ ਪਰਮਿਸ਼ਨ ਦੇ ਨਾਲ ਇਹ ਕੰਪਨੀ ਬਣੀ ਸੀਗੀ, ਤੇ ਇਹ ਕੰਪਨੀ ਨੂੰ ਸ਼ੁਰੂ ਦੇ ਵਿੱਚ 15 ਸਾਲ ਦੀ ਪਰਮਿਸ਼ਨ ਦਿੱਤੀ ਗਈ ਸੀਗੀ ਕਿ ਇਹ ਇੰਡੀਆ ਦੇ ਵਿੱਚ ਜਾ ਕੇ ਵਪਾਰ ਕਰ ਸਕਦੇ ਆ। ਤੇ ਉਸ ਟਾਈਮ ਦੇ ਉੱਪਰ ਸਿਰਫ ਇਸ ਕੰਪਨੀ ਕੋਲੇ ਹੀ ਪਰਮਿਸ਼ਨ ਸੀਗੀ ਭਾਰਤ ਦੇ ਵਿੱਚ ਵਪਾਰ ਕਰਨ ਦੀ। ਹੋਰ ਕੋਈ ਵੀ ਜਿਹੜੀ ਬ੍ਰਿਟੇਨ ਦੀ ਕੰਪਨੀ ਸੀਗੀ ਉਹ ਭਾਰਤ ਦੇ ਵਿੱਚ ਜਾ ਕੇ ਆਪਣਾ ਵਪਾਰ ਨਹੀਂ ਕਰ ਸਕਦੀ ਸੀ। ਤਾਂ ਜਦੋਂ ਇਹ ਭਾਰਤ ਦੇ ਵਿੱਚ ਆਉਂਦੇ ਹੈਗੇ ਤੇ ਇਹਨਾਂ ਨੂੰ ਰੋਕਣ ਦੇ ਲਈ, ਕਿਉਂਕਿ ਉਸ ਟਾਈਮ ਦੇ ਉੱਪਰ ਆਪਾਂ ਨੂੰ ਪਤਾ ਪੁਰਤਗਾਲੀ ਵੀ ਸੀਗੇ, ਡੱਚ ਵੀ ਸੀਗੇ, ਤੇ ਪੁਰਤਗਾਲ ਦੇ ਲੋਕਾਂ ਦੇ ਨਾਲ ਇਹਨਾਂ ਦੀ ਲੜਾਈ ਵੀ ਹੁੰਦੀ ਹੈਗੀ, ਠੀਕ ਹੈ। ਪਰ ਕਿਵੇਂ ਨਾ ਕਿਵੇਂ ਕਰਕੇ ਇਹ ਪੁਰਤਗਾਲ ਦੇ ਲੋਕਾਂ ਨੂੰ ਹਰਾ ਦਿੰਦੇ ਹੈਗੇ। ਤੇ 1908 ਦੇ ਵਿੱਚ 1608 ਦੇ ਵਿੱਚ 1608 ਦੇ ਵਿੱਚ 1608 ਦੇ ਵਿੱਚ ਕੈਪਟਨ ਵਿਲੀਅਮ ਹੌਕਿਨ, ਕੈਪਟਨ ਵਿਲੀਅਮ ਹੌਕਿਨ ਇੰਡੀਆ ਦੇ ਵਿੱਚ ਆਉਂਦਾ ਹੈਗਾ। ਕੈਪਟਨ ਵਿਲੀਅਮ ਹੌਕਿਨ ਇੰਡੀਆ ਦੇ ਵਿੱਚ ਆਉਂਦਾ ਹੈਗਾ। ਇੰਡੀਆ ਦੇ ਵਿੱਚ ਕਿਹਦੇ ਕੋਲੇ ਆਉਂਦਾ ਹੈਗਾ? ਜਹਾਂਗੀਰ ਦੇ ਦਰਬਾਰ ਦੇ ਵਿੱਚ ਆਉਂਦਾ ਹੈਗਾ। ਜਹਾਂਗੀਰ ਕੋਲੇ ਆਉਂਦਾ ਹੈਗਾ, ਠੀਕ ਹੈ। ਤੇ ਉੱਥੇ ਇਹ ਜਿਹੜਾ ਜਹਾਂਗੀਰ ਦੇ ਨਾਲ ਗੱਲਬਾਤ ਕਰਦਾ ਉਹ ਵੀ ਫਾਰਸੀ ਭਾਸ਼ਾ ਦੇ ਵਿੱਚ ਕਰਦਾ, ਕਿਉਂਕਿ ਜਹਾਂਗੀਰ ਨੂੰ ਫਾਰਸੀ ਬੜੀ ਚੰਗੀ ਤਰ੍ਹਾਂ ਆਉਂਦੀ ਸੀਗੀ, ਤੇ ਇਹ ਵੀ ਫਾਰਸੀ ਭਾਸ਼ਾ ਦੇ ਵਿੱਚ ਜਹਾਂਗੀਰ ਦੇ ਨਾਲ ਗੱਲਬਾਤ ਕਰਦਾ ਹੈ। ਤੇ ਜਹਾਂਗੀਰ ਇਹਨੂੰ ਬਾਅਦ ਵਿੱਚ ਕੀ ਕਹਿੰਦਾ ਹੈਗਾ? ਇੰਗਲਿਸ਼ ਖਾਂ ਵੀ ਕਹਿੰਦਾ ਹੈਗਾ। ਕਈ ਵਾਰ ਪੁੱਛਿਆ ਜਾ ਸਕਦਾ ਹੈ ਜਹਾਂਗੀਰ ਨੇ ਇੰਗਲਿਸ਼ ਖਾਨ ਦੀ ਉਪਾਧੀ ਕਿਹਨੂੰ ਦਿੱਤੀ ਹੈਗੀ? ਇੰਗਲਿਸ਼ ਖਾਨ ਜਾਂ ਇੰਗਲਿਸ਼ ਖਾਂ, ਤਾਂ ਉਹ ਕਿਹਨੂੰ ਉਪਾਧੀ ਦਿੱਤੀ ਹੈਗੀ? ਕੈਪਟਨ ਵਿਲੀਅਮ ਹੌਕਿਨ ਨੂੰ। ਪਰ ਇਹਦਾ ਜਿਹੜਾ ਮਿਸ਼ਨ ਹੈਗਾ ਉਹ ਫੇਲ ਰਹਿੰਦਾ ਹੈਗਾ, ਮਤਲਬ ਕਿ ਕਿਉਂਕਿ ਇਸ ਦੇ ਆਉਣ ਤੋਂ ਪਹਿਲਾਂ ਹੀ ਪੁਰਤਗਾਲੀ ਦੇ ਲੋਕਾਂ ਨੇ ਕਹਿਤਾ ਸੀਗਾ ਕਿ ਇਸ ਤਰੀਕੇ ਦੇ ਨਾਲ ਉਹ ਆ ਰਿਹਾ ਹੈਗਾ ਤੇ ਉਹਨੂੰ ਪਰਮਿਸ਼ਨ ਨਹੀਂ ਦੇਣੀ, ਮਤਲਬ ਕਿ ਬ੍ਰਿਟਿਸ਼ ਦੇ ਲੋਕ ਆ ਰਹੇ ਇੰਡੀਆ ਦੇ ਵਿੱਚ ਵਪਾਰ ਕਰਨ ਦੇ ਲਈ, ਤੇ ਉਹਨਾਂ ਨੂੰ ਪਰਮਿਸ਼ਨ ਨਹੀਂ ਦੇਣੀ ਵਪਾਰ ਕਰਨ ਦੀ, ਕਿਉਂਕਿ ਪੁਰਤਗਾਲ ਦੇ ਲੋਕ ਜਿਹੜੇ 100 ਸਾਲਾਂ ਤੋਂ ਰਾਜ ਕਰ ਰਹੇ ਸੀਗੇ ਤੇ ਉਹਨਾਂ ਦੇ ਮੁਗਲਾਂ ਦੇ ਨਾਲ ਵੀ ਚੰਗੇ ਸੰਬੰਧ ਸੀਗੇ, ਤੇ ਇਸ ਕਰਕੇ ਜਿਹੜਾ ਇਹਦਾ ਮਿਸ਼ਨ ਸੀਗਾ ਉਹ ਫੇਲ ਹੋ ਜਾਂਦਾ ਸੀਗਾ, ਮਤਲਬ ਕਿ ਇਹਨੂੰ ਮਨਜ਼ੂਰੀ ਨਹੀਂ ਮਿਲ ਪਾਈ ਸੀਗੀ ਇੰਡੀਆ ਦੇ ਵਿੱਚ ਵਪਾਰ ਕਰਨ ਦੀ। ਉਸ ਤੋਂ ਬਾਅਦ ਇਹ ਜਾਂਦਾ ਕੀ ਕਰਦਾ ਹੈਗਾ, ਇੱਕ ਜਿਹੜਾ ਗੋਦਾਮ ਟਾਈਪ ਫੈਕਟਰੀ ਹੈਗੀ ਉਹਨੂੰ ਖਰੀਦ ਕੇ ਵਾਪਸ ਚਲਾ ਜਾਂਦਾ ਹੈਗਾ। ਤੇ ਉਹ ਜਿਹੜੀ ਹੈਗੀ ਹੈ ਕਿਹੜੀ ਜਗ੍ਹਾ ਦੇ ਉੱਪਰ ਸੀਗੀ? ਮਸੂਲੀਪਟਨਮ ਦੇ ਵਿੱਚ। ਕਿੱਥੇ ਸੀਗੀ? ਮਸੂਲੀਪਟਨਮ, ਮਸੂਲੀਪਟਨਮ। ਤਾਂ ਅਗਰ ਆਪਣੇ ਤੋਂ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਕਿ ਫਸਟ ਟੈਂਪਰਰੀ ਫੈਕਟਰੀ ਜਿਹੜੀ ਹੈਗੀ ਸੀ ਬ੍ਰਿਟਿਸ਼ਰ ਨੇ ਉਹ ਕਿੱਥੇ ਲਗਾਈ ਸੀਗੀ? ਉਹ ਮਸੂਲੀਪਟਨਮ ਦੇ ਵਿੱਚ ਲਗਾਈ ਸੀ। ਪਰ ਇਹ ਫੈਕਟਰੀ ਕਿਹੜੀ ਸੀਗੀ? ਇਹ ਇੱਕ ਟੈਂਪਰਰੀ ਫੈਕਟਰੀ ਸੀਗੀ। ਉਸ ਤੋਂ ਬਾਅਦ ਜਿਹੜੀ ਪਰਮਾਨੈਂਟ ਫੈਕਟਰੀ ਲੱਗੀ ਸੀ ਉਹ ਸੂਰਤ ਦੇ ਵਿੱਚ ਲੱਗੀ ਸੀ, ਉਹ ਆਪਾਂ ਦੇਖਦੇ ਹੈਗੇ। ਇਸ ਤੋਂ ਬਾਅਦ ਜਿਹੜਾ ਨੈਕਸਟ ਪਰਸਨ ਆਇਆ ਸੀਗਾ ਇੰਡੀਆ ਦੇ ਵਿੱਚ, ਉਹ ਆਇਆ ਸੀਗਾ ਸਰ ਥੋਮਸ रो। ਕਾਫੀ ਇੰਪੋਰਟੈਂਟ ਨੇਮ ਹੈਗਾ, ਸਰ ਥੋਮਸ रो।
ਸਰ ਥੋਮਸ रो ਆਉਂਦਾ ਹੈਗਾ ਜਹਾਂਗੀਰ ਕੋਲੇ, ਠੀਕ ਹੈ। ਤੇ ਇੱਥੇ ਇਹਨੂੰ ਪਰਮਿਸ਼ਨ ਮਿਲ ਜਾਂਦੀ ਹੈਗੀ ਇੰਡੀਆ ਦੇ ਵਿੱਚ ਵਪਾਰ ਕਰਨ ਦੀ, ਤੇ ਕੀ ਕਰਦੇ ਹੈਗੇ ਆਪਣੀ ਪਹਿਲੀ ਫੈਕਟਰੀ ਕਿੱਥੇ ਸਟੈਬਲਿਸ਼ ਕਰਦੇ ਹੈਗੇ, ਸੂਰਤ ਦੇ ਵਿੱਚ ਪਹਿਲੀ ਫੈਕਟਰੀ ਹੈ ਜਿਹੜੀ ਉਹ ਇਸਟੈਬਲਿਸ਼ ਕੀਤੀ ਜਾਂਦੀ ਹੈ। ਕਦੋਂ ਕੀਤੀ ਜਾਂਦੀ ਹੈਗੀ? 1613 ਦੇ ਵਿੱਚ। 1613 ਦੇ ਵਿੱਚ ਸੂਰਤ ਦੇ ਵਿੱਚ ਇਹ ਆਪਣੀ ਪਹਿਲੀ ਪਰਮਾਨੈਂਟ ਫੈਕਟਰੀ ਲਗਾਉਂਦੇ। ਠੀਕ ਹੈ ਜੀ, ਤਾਂ ਇਹ ਕੁਝ ਜਿਹੜੇ ਮੇਨ ਪੁਆਇੰਟ ਹੈਗੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਹੈਗੇ। ਇਸ ਤੋਂ ਬਾਅਦ ਜਿਹੜੀ ਨੈਕਸਟ ਕਲਾਸ ਹੋਊਗੀ ਉਹਦੇ ਵਿੱਚ ਆਪਾਂ ਪੜਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬ੍ਰਿਟਿਸ਼ਰ ਦੇ ਲੋਕ ਸੀਗੇ ਉਹਨਾਂ ਨੇ ਇੰਡੀਆ ਦੇ ਵਿੱਚ ਆਪਣਾ ਜਿਹੜੀ ਪਾਵਰ ਹੈਗੀ ਉਹਨੂੰ ਇਸਟੈਬਲਿਸ਼ ਕਰਨਾ ਸਟਾਰਟ ਕੀਤਾ, ਕਿਵੇਂ ਬ੍ਰਿਟਿਸ਼ਰ ਦੇ ਲੋਕਾਂ ਨੇ ਇੰਡੀਆ ਦੇ ਵਿੱਚ ਪਲਾਸੀ ਦੀ ਬੈਟਲ ਲੜੀ, ਠੀਕ ਹੈ, ਕਿਵੇਂ ਉੱਥੇ ਆਪਣਾ ਕੰਟਰੋਲ ਇਸਟੈਬਲਿਸ਼ ਕੀਤਾ ਬੰਗਾਲ ਤੇ ਕਿਵੇਂ ਉੱਥੋਂ ਅੱਗੇ ਵਧਦੇ ਹੋਏ ਹੌਲੀ ਹੌਲੀ ਇਹਨਾਂ ਨੇ ਪੂਰਾ ਸਾਊਥ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਤਾਂ ਉਹ ਸਾਰੇ ਜਿਹੜੇ ਕੀਮਤੀ ਪੁਆਇੰਟ ਹੈਗੇ ਆ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ, ਤੇ ਤੁਸੀਂ ਇਹਨੂੰ ਇੱਕ ਵਾਰ ਇੱਥੋਂ ਤੱਕ ਪੜ੍ਹ ਲਿਓ। ਜੇ ਕੋਈ ਡਾਊਟ ਹੋਇਆ ਉਹ ਵੀ ਆਪਾਂ ਜਿਹੜਾ ਹੈਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।